ਜਾਂ ਸਾਹਿਤਕਾਰ ਨੂੰ ਦਿਸ਼ਾ ਦਿਖਾਉਂਦੀ ਹੈ। ਐਸੀ ਗੱਲ ਨਹੀਂ ਹੈ। ਸਾਡੇ ਕੋਲ ਜਿਹੜੀਆਂ ਸਾਹਿਤ ਆਲੋਚਨਾ ਦੀਆਂ ਪਰੰਪਰਾਵਾਂ ਵੀ ਨੇ ਨਿਸ਼ਚਿਤ ਨਹੀਂ ਨੇ, ਉਹ ਵੀ ਉਦੋਂ ਬੜੀਆਂ ਜਦੋਂ ਸਾਹਿਤ ਲਿਖਿਆ ਗਿਆ ਸੀ। ਆਪਣੇ ਆਪ ਨੂੰ ਥੰਮ ਆਲੋਚਕ ਸਮਝਦੇ ਸੀ ਤਾਂ ਉਹਨਾਂ ਨੇ ਕਿਹਾ ਕਿ ਫਲਾਣੇ ਕਵੀ ਨੂੰ ਸਾਡੀ ਆਲੋਚਨਾ ਨੇ ਕਵੀ ਬਣਾਇਆ, ਪਰ ਇਹ ਕਦੇ ਵਾਪਰਿਆ ਨਹੀਂ। ਅਸਲ ਦੇ ਵਿੱਚ ਆਲੋਚਨਾ ਜਿਹੜੀ ਹੈ, ਆਲੋਚਨਾ ਵਾਸਤੇ ਤੁਹਾਨੂੰ ਅਕੈਡਮਿਕਸ ਦੇ ਵਿੱਚ ਪੜ੍ਹਦੇ ਪੜ੍ਹਾਉਂਦੇ ਜਿੰਨਾ ਕਿ ਤੁਸੀਂ ਗਿਆਨ ਹਾਸਲ ਕਰ ਲਓਗੇ, ਉਹ ਮਾੜਾ ਮੋਟਾ ਉਹਦੀ ਪ੍ਰਾਪਤੀ ਕਰ ਲਓਗੇ, ਕਿਉਂਕਿ ਰਾਈਟਿੰਗ ਦੇ ਵਿੱਚੋਂ ਹੀ ਅੱਗੇ ਫਿਰ ਆਲੋਚਨਾ ਦਾ ਜਨਮ ਹੋਇਆ। ਆਲੋਚਕ ਤਾਂ ਜੇ ਰਾਈਟਿੰਗ ਕਹਾਣੀ ਲਿਖਣ ਦੀ ਕੋਸ਼ਿਸ਼ ਕੀਤੀ, ਮੈਨੂੰ ਲੱਗਿਆ ਵੀ ਇਹ ਗੱਲ ਬਣੀ ਨਹੀਂ, ਕਿਉਂਕਿ ਕਵਿਤਾ ਲਿਖਣ ਵਾਸਤੇ ਕਵਿਤਾ ਦਾ ਹੁਨਰ ਜ਼ਰੂਰੀ ਆ। ਇਸੇ ਕਰਕੇ ਬਾਰ-ਬਾਰ ਵਿਦਵਾਨ ਕਹਿੰਦੇ ਆ ਕਿ ਇਹ ਜਿਹੜੀ ਪ੍ਰਤਿਭਾ ਖਾਸ ਕਰਕੇ ਸਾਹਿਤਕਾਰ ਦੀ ਪ੍ਰਤਿਭਾ, ਇਹ ਇੱਦਾਂ ਹੱਟੀ ਤੇ ਨਹੀਂ ਖਰੀਦੀ ਜਾ ਸਕਦੀ। ਤਾਂ ਡਾਕਟਰ ਨਾਹਰ ਸਿੰਘ ਹੋਰਾਂ ਦੀ ਮੈਨੂੰ ਗੱਲ ਯਾਦ ਆ, ਉਹ ਕਹਿੰਦੇ ਵੀ ਮੈਨੂੰ ਡਾਕਟਰ ਕੇਸਰ ਉਹਨੇ ਰਾਏ ਦਿੱਤੀ ਸੀ ਵੀ ਤੇਰਾ ਕੁਛ ਨਹੀਂ ਵੱਟਿਆ ਜਾਣਾ ਹੋਰ ਖੇਤਰ 'ਚ, ਤੂੰ ਨਾ ਲੋਕ ਧਾਰਾ 'ਚ ਸੱਭਿਆਚਾਰ 'ਚ ਚੱਲ ਜਾ। ਕਹਿੰਦਾ ਮੇਰਾ ਵੱਟਿਆ ਗਿਆ। ਜਦੋਂ ਮੈਂ ਪਰਚਾ ਪੜ੍ਹਿਆ ਤਾਂ 3-4 ਜਿਹੜੇ ਬੰਦੇ ਕਵਿਤਾ ਦੇ ਖੇਤਰ ਦੇ ਵਿੱਚ ਚੰਗਾ ਨਾਂ ਕਮਾ ਚੁੱਕੇ ਸੀ, ਉਹ ਇੱਕ ਤਰ੍ਹਾਂ ਦੇ ਨਾਲ ਨਾ ਮੈਨੂੰ ਮਿਲੇ। ਅਮਰਜੀਤ ਗਰੇਵਾਲ ਨੇ ਤਾਂ ਘੁੱਟ ਕੇ ਮੈਨੂੰ ਜੱਫੀ ਪਾ ਲਈ, ਮੈਂ ਉਹਨੂੰ ਜਾਣਦਾ ਨਹੀਂ ਸੀ, ਨਾ ਹੀ ਸੁਣਿਆ ਸੀ, ਪਰ ਮੈਂ ਉਹਨਾਂ ਬਾਰੇ ਪਹਿਲਾਂ ਲਿਖਿਆ, ਕਵੀਆਂ ਬਾਰੇ ਜਿਹਨਾਂ ਨੂੰ ਮੈਂ ਕਦੇ ਮਿਲਿਆ ਹੀ ਨਹੀਂ ਸੀ, ਕਿਉਂਕਿ ਨਿੱਜੀ ਰਾਏ ਤਾਂ ਨਿੱਜੀ ਰਾਏ ਹੁੰਦੀ ਹੈ ਨਾ, ਪਸੰਦਗੀ ਨਾ ਪਸੰਦਗੀ ਤਾਂ ਆਪਣੀ ਆਜ਼ਾਦੀ ਆ, ਕਿ ਉਹਨਾਂ ਬਾਰੇ ਮੈਂ ਜ਼ਰੂਰ ਲਿਖਦਾ। ਮਤਲਬ ਜੇ ਅਸੀਂ ਉਹਦਾ ਇਤਿਹਾਸ ਬਣੇਗਾ ਜੀ ਤਾਂ ਇਹ ਗੱਲ ਸੱਚ ਆ ਕਿ ਇਹ ਸਭ ਤੋਂ ਪਹਿਲਾਂ ਉਹਨਾਂ ਰੁਝਾਨਾਂ ਦਾ ਨਾਮ ਮੈਂ ਰੱਖਿਆ। ਜਦੋਂ ਸਵਰਨਜੀਤ ਸਵੀ ਨੇ ਦੇਹੀਨਾਥ ਤੇ ਕਾਮੇਸ਼ਵਰੀ ਲਿਖੀ ਤਾਂ ਇੱਕ ਬਹੁਤ ਵੱਡਾ ਰਾਮ ਰੌਲਾ ਪਿਆ ਵੀ ਇਹ ਹੁਣ ਜਸ਼ਨ ਦੀ ਕਵਿਤਾ ਸ਼ੁਰੂ ਹੋ ਗਈ, ਦੁੱਖ ਦੀ ਕਵਿਤਾ ਬਹੁਤ ਹੋ ਗਈ ਸੀ। ਕਰਨਵੀਰ ਜੀ, ਮੈਂ ਬਿਲਕੁਲ ਹੀ ਪੰਜਾਬੀ ਕਵਿਤਾ ਦਾ ਜਿਹੜਾ ਭਵਿੱਖ ਆ, ਉਹਦੇ ਰੂਪਾਂ ਦਾ, ਉਹਦੀ ਕਾਵਿ ਭਾਸ਼ਾ ਦਾ ਬਹੁਤ ਹੀ ਮੈਨੂੰ ਲੱਗਦਾ ਕਿ ਕਾਫੀ ਚੰਗਾ। ਜਦੋਂ ਅਸੀਂ ਫੇਸਬੁੱਕ ਦੇ ਰਾਹੀਂ ਐਸੀ ਕਵਿਤਾ ਨੂੰ ਕਵਿਤਾ ਮੰਨ ਲੈਂਦੇ ਆ ਜਿਹਦੇ 'ਚ ਕਵਿਤਾ ਵਰਗਾ ਕੁਛ ਨਹੀਂ, ਪਰ ਫੇਸਬੁੱਕ ਤੇ ਬਹੁਤ ਵਧੀਆ ਕਵਿਤਾ ਵੀ ਲਿਖੀ ਜਾ ਰਹੀ ਹੈ। ਮੈਂ ਜਾਂਦੀ ਵੇਖੀ ਦੁਪਹਿਰ, ਨਿੱਕੇ ਨਿੱਕੇ ਪੁੱਟਦੀ ਪੈਰ, ਤੇਰੀ ਦਮਦਮ ਮੰਗਦੀ ਖੈਰ, ਹੁਣ ਹਰਨੀਲੇ ਨੈਣ ਮਟਕਾਈ, ਹੌਲੀ ਹੌਲੀ ਉੱਤਰ ਆਈ ਗਹਿਰੀ ਸੁਪਨੀਲੀ ਸ਼ਾਮ। ਵਿਜ਼ਨ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਕਰਨਵੀਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਸਾਹਿਤ ਦੇ ਸੰਗ। ਅਤੇ ਅੱਜ ਦੇ ਸਾਹਿਤ ਦੇ ਸੰਗ ਪ੍ਰੋਗਰਾਮ ਦੇ ਵਿੱਚ ਸਾਡੇ ਮਹਿਮਾਨ ਨੇ ਡਾਕਟਰ ਯੋਗਰਾਜ ਅੰਗਰੇਜ਼ ਜੀ, ਜੋ ਲੰਮੇ ਅਰਸੇ ਤੋਂ ਪੰਜਾਬੀ ਕਾਵਿ ਰੂਪ ਦੇ ਆਲੋਚਨ ਅਧਿਐਨ ਦੇ ਤੌਰ 'ਤੇ ਕੰਮ ਕਰ ਰਹੇ ਨੇ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਬਤੌਰ ਸੇਵਾਵਾਂ ਦੇ ਰਹੇ ਨੇ ਅਤੇ ਨਾਲ ਦੀ ਨਾਲ ਪੰਜਾਬੀ ਸਾਹਿਤ ਦੇ ਵਿੱਚ ਜੋ ਨਵੇਂ ਕਾਵਿ ਰੂਪ ਨੇ ਉਹਨਾਂ 'ਤੇ ਕੰਮ ਕਰਦੇ ਨੇ। ਵਕਤ ਇਹ ਹੈ ਕਿ ਵਕਤ ਦੇ ਬਦਲਦੇ ਦੌਰ ਦੇ ਨਾਲ ਕਵਿਤਾ ਦਾ ਰੂਪ ਵੀ ਬਦਲ ਜਾਂਦਾ ਹੈ ਅਤੇ ਉਸ ਦੇ ਵਿੱਚ ਵੱਖ-ਵੱਖ ਨਵੇਂ ਕਵੀ ਸ਼ਾਮਲ ਹੁੰਦੇ ਨੇ। ਪਰ ਜਦੋਂ ਆਲੋਚਨਾ ਦੀ ਗੱਲ ਆਉਂਦੀ ਹੈ ਤਾਂ ਆਲੋਚਨਾ ਇੱਕ ਅਜਿਹੀ ਕਾਰਜ ਨਿਭਾਉਂਦੀ ਹੈ ਕਿ ਉਸ ਦੇ ਕਾਵਿ ਰੂਪ ਨੂੰ ਨਿਖਾਰਦੀ ਵੀ ਹੈ। ਸੋ ਇਸ ਸੰਬੰਧੀ ਕਿ ਪੰਜਾਬੀ ਕਾਵਿ ਰੂਪ ਦੇ ਵਿੱਚ ਅਤੇ ਸਾਹਿਤ ਦੇ ਵਿੱਚ ਆਲੋਚਨਾ ਦੀ ਕੀ ਮਹੱਤਤਾ ਹੈ, ਇਸ ਦੇ ਕਿਹੜੇ ਪਹਿਲੂਆਂ ਉੱਤੇ ਗੌਰ ਕਰਨੀ ਬਣਦੀ, ਇਸ ਸੰਬੰਧੀ ਡਾਕਟਰ ਸਾਹਿਬ ਨਾਲ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਪ੍ਰੋਗਰਾਮ 'ਚ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ। ਡਾਕਟਰ ਸਾਹਿਬ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਕਰਨਵੀਰ ਜੀ, ਸਵਾਗਤ ਕਰਦੇ ਹਾਂ ਪ੍ਰੋਗਰਾਮ ਸਾਹਿਤ ਦੇ ਸੰਗ ਵਿੱਚ। ਸ਼ੁਕਰੀਆ ਜੀ। ਡਾਕਟਰ ਸਾਹਿਬ, ਜਿਵੇਂ ਇਹ ਵੀ ਕੋਈ ਵੀ ਸਾਹਿਤ ਹੈ, ਕੋਈ ਵੀ ਰਚਨਾ ਹੈ, ਉਹਦੇ ਵਿੱਚ ਆਲੋਚਨਾ ਦੀ ਬੜੀ ਮਹੱਤਤਾ, ਕਿਉਂਕਿ ਜਦੋਂ ਕੋਈ ਰਚਨਾ ਲਿਖੀ ਜਾਂਦੀ ਹੈ, ਉਸ ਉੱਤੇ ਗੱਲ ਕੀਤੀ ਜਾਂਦੀ ਹੈ ਤਾਂ ਉਸ ਦੀ ਆਲੋਚਨਾ ਦੀ ਇਹ ਕੋਸ਼ਿਸ਼ ਹੁੰਦੀ ਹੈ ਕਿ ਇਸ ਨੂੰ ਹੋਰ ਨਿਖਾਰਿਆ ਜਾਵੇ। ਹਰੇਕ ਸਾਹਿਤ ਦੇ ਵਿੱਚ ਇਸ ਦੀ ਆਪਣੀ ਮਹੱਤਤਾ। ਅਤੇ ਤੁਸੀਂ ਇਸ ਆਲੋਚਨਾ ਦੇ ਅਧਿਐਨ ਕਾਫੀ ਲੰਮੇ ਅਰਸੇ ਤੋਂ ਕਰਦੇ ਆ ਰਹੇ ਹੋ, ਖਾਸ ਤੌਰ 'ਤੇ ਕਾਵਿ ਰੂਪ ਦੇ ਉੱਤੇ ਤੁਸੀਂ ਕੰਮ ਕੀਤਾ, ਤਾਂ ਕਿੰਨੀ ਕੁ ਜ਼ਰੂਰਤ ਮੰਨਦੇ ਹੋ ਸਾਹਿਤ ਵਿਧਾਵਾਂ ਦੇ ਵਿੱਚ ਆਲੋਚਨਾ ਦੀ? ਦੇਖੋ ਕਰਨਵੀਰ ਜੀ, ਜਿੱਥੋਂ ਤੱਕ ਸਾਹਿਤ ਆਲੋਚਨਾ ਦਾ ਸੰਬੰਧ ਹੈ, ਇਹਦੇ ਬਾਰੇ ਨਾ ਵੱਖੋ ਵੱਖਰੀਆਂ ਰਾਵਾਂ ਨੇ, ਆਪੋ ਆਪਣੀਆਂ ਧਾਰਨਾਵਾਂ ਨੇ ਜੀ।
ਪਰ ਜੇ ਅਸੀਂ ਓਵਰਆਲ ਦੇਖੀਏ ਕਿ ਸਾਹਿਤ ਲਿਖਤ ਨੂੰ ਚੰਗੀ ਤਰ੍ਹਾਂ ਪੜ੍ਹਨ ਵਾਸਤੇ ਸਾਹਿਤ ਆਲੋਚਨਾ ਦੀ ਜ਼ਰੂਰਤ ਪੈਂਦੀ ਹੈ ਜੀ। ਪਰ ਜੇ ਅਸੀਂ ਇਹ ਕਹੀਏ ਕਿ ਕੋਈ ਆਲੋਚਨਾ ਸਾਹਿਤ ਨੂੰ ਦਿਸ਼ਾ ਦਿਖਾਉਂਦੀ ਹੈ ਜਾਂ ਸਾਹਿਤਕਾਰ ਨੂੰ ਦਿਸ਼ਾ ਦਿਖਾਉਂਦੀ ਹੈ, ਐਸੀ ਗੱਲ ਨਹੀਂ ਹੈ। ਸਾਹਿਤ ਜਦੋਂ ਲਿਖਿਆ ਜਾਂਦਾ, ਸਾਹਿਤਕਾਰ ਡਾਇਰੈਕਟ ਜਿਹੜਾ ਉਹ ਸਮਾਜ ਨੂੰ ਮੁਖਾਤਬ ਹੁੰਦਾ ਜੀ। ਉਹਦਾ ਪ੍ਰਤੀ ਉੱਤਰ ਆ ਜਿਹੜਾ ਆਪਣੇ ਵਿਚਾਰਾਂ ਦੇ ਨਾਲ, ਆਪਣੇ ਗਿਆਨ ਦੇ ਨਾਲ, ਆਪਣੀ ਪ੍ਰਤਿਭਾ ਦੇ ਨਾਲ ਉਹ ਸਾਹਿਤ ਲਿਖਦਾ। ਸਾਡੇ ਕੋਲ ਜਿਹੜੀਆਂ ਸਾਹਿਤ ਆਲੋਚਨਾ ਦੀਆਂ ਪਰੰਪਰਾਵਾਂ ਵੀ ਨੇ ਵਿਸ਼ਵ ਦੀਆਂ, ਉਹ ਵੀ ਉਦੋਂ ਬਣੀਆਂ ਜਦੋਂ ਸਾਹਿਤ ਲਿਖਿਆ ਗਿਆ ਸੀ ਜੀ। ਪਰ ਜੇ ਅਸੀਂ ਅੱਜ ਆਧੁਨਿਕਤਾ ਦੇ ਕੰਟੈਕਸਟ ਦੇ ਵਿੱਚ ਜਾਂ ਵਰਤਮਾਨ ਦੇ ਪਰਿਪੇਖ 'ਚ ਦੇਖੀਏ ਸਾਹਿਤ ਆਲੋਚਨਾ ਦਾ ਰੋਲ, ਤਾਂ ਇਹ ਲਗਾਤਾਰ ਵਧਿਆ। ਉਹ ਵਧਿਆ ਇਸ ਕਰਕੇ ਆ ਕਿ ਸਾਹਿਤਕਾਰ ਖਾਸ ਤੌਰ 'ਤੇ ਕਵਿਤਾ ਵਰਗਾ ਜਿਹੜਾ ਰੂਪ ਆ, ਉਹ ਜਦੋਂ ਲਿਖੀ ਜਾਂਦੀ ਆ ਤਾਂ ਉਹਨੂੰ ਇੱਕ ਚੰਗੀ ਪੜ੍ਹਤ ਬਣਾਉਣ ਵਾਸਤੇ ਆਲੋਚਨਾ ਦੀ ਜ਼ਰੂਰਤ ਪੈਂਦੀ ਹੈ ਜੀ। ਇੱਕ ਤਾਂ ਸਾਡੇ ਵਿਦਿਅਕ ਅਦਾਰਿਆਂ ਦੇ ਵਿੱਚ ਜਿਹੜੇ ਟੀਚਰਸ ਨੇ ਉਹ ਸਾਹਿਤ ਨੂੰ ਪੜ੍ਹਨਾ ਸਿਖਾਉਂਦੇ ਆ, ਅਤੇ ਇੱਕ ਇੰਡੀਪੈਂਡੈਂਟ ਜਿਹੜੇ ਸਾਹਿਤ ਆਲੋਚਕ ਨੇ ਹੁੰਦੇ ਤਾਂ ਉਹ ਵੀ ਰੀਡਰ ਹੀ ਨੇ, ਪਰ ਕਿਉਂਕਿ ਇੱਕ ਟਰਮ ਵਰਤੀ ਜਾਂਦੀ ਆ, ਉਹ ਆਲੋਚਕ ਦੇ ਤੌਰ 'ਤੇ ਲਿਖੇ ਗਏ ਸਾਹਿਤ ਬਾਰੇ ਧਾਰਨਾਵਾਂ ਬਣਾਉਂਦੇ ਨੇ। ਪਰ ਮੇਰੀ ਆਪਣੀ ਜਾਤੀ ਰਾਏ ਇਹ ਆ ਕਿ ਸਾਹਿਤ ਆਲੋਚਨਾ ਦਾ ਜਿਹੜਾ ਰੋਲ ਆ ਉਹ ਕਾਫੀ ਮਹੱਤਵਪੂਰਨ ਆ ਅਤੇ ਬਣਿਆ ਰਹੇਗਾ ਜੀ। ਪਰ ਨਾਲ ਦੀ ਨਾਲ ਇਸ ਧਾਰਨਾ ਤੋਂ ਬਚਣ ਦੀ ਜ਼ਰੂਰਤ ਆ ਕਿ ਕੋਈ ਆਲੋਚਕ ਕਿਸੇ ਨੂੰ ਸਾਹਿਤਕਾਰ ਬਣਾਉਂਦਾ, ਮਤਲਬ ਇਹ ਦਾਅਵੇ ਜ਼ਰੂਰ ਕੀਤੇ ਜਾਂਦੇ ਰਹੇ ਆ ਕਿ ਮੈਂ ਆਪਣੀ ਆਲੋਚਨਾ ਦੇ ਨਾਲ ਫਲਾਣੇ ਨੂੰ ਬੜਾ ਮਹਾਨ ਕਵੀ ਬਣਾਇਆ। ਇਹ ਗੱਲ ਮੈਂ ਇਸ ਕਰਕੇ ਕਹੀ ਹੈ ਕਿ ਇਹ ਲਿਖਤ 'ਚ ਵੀ ਆਈ ਹੈ, ਬੋਲ 'ਚ ਵੀ ਆਈ ਹੈ। ਜਿਹੜੇ ਆਪਣੇ ਆਪ ਨੂੰ ਥੰਮ ਆਲੋਚਕ ਸਮਝਦੇ ਸੀ ਤਾਂ ਉਹਨਾਂ ਨੇ ਕਿਹਾ ਕਿ ਫਲਾਣੇ ਕਵੀ ਨੂੰ ਸਾਡੀ ਆਲੋਚਨਾ ਨੇ ਕਵੀ ਬਣਾਇਆ, ਪਰ ਇਹ ਕਦੇ ਵਾਪਰਿਆ ਨਹੀਂ। ਅਸਲ ਦੇ ਵਿੱਚ ਕਵੀ ਆਪਣੇ ਤੌਰ 'ਤੇ ਕਵੀ ਬਣਦਾ, ਨਾਵਲਕਾਰ ਆਪਣੇ ਤੌਰ 'ਤੇ ਨਾਵਲਕਾਰ ਬਣਦਾ। ਮਤਲਬ ਉਹ ਪ੍ਰਤਿਭਾ ਜਿਹੜੀ ਲਿਖਤ ਦੀ ਵੱਖਰੀ ਤਰ੍ਹਾਂ ਦੀ ਆ, ਅਤੇ ਆਲੋਚਨਾ ਦੀ ਜਿਹੜੀ ਪ੍ਰਤਿਭਾ ਉਹ ਗਿਆਨ 'ਤੇ ਆਧਾਰਿਤ ਇੱਕ ਵੱਖਰੀ ਤਰ੍ਹਾਂ ਦੀ ਆ। ਇਹਨਾਂ ਦਾ ਮਤਲਬ ਜਿਹੜਾ ਸੰਬੰਧ ਆ ਉਹ ਖੂਬਸੂਰਤ ਵੀ ਆ, ਵਿਰੋਧ ਵਾਲਾ ਵੀ। ਕਈ ਵਾਰ ਇਹਨੂੰ ਵੀ ਲਿਖਤ ਨੂੰ ਹੋਰ ਜ਼ਿਆਦਾ ਸਮਝਣ ਦੇ ਵਿੱਚ ਜਾਂ ਹੋਰ ਜ਼ਿਆਦਾ ਡੂੰਘਾਈ 'ਚ ਲੈ ਕੇ ਜਾਣ ਵਿੱਚ ਆਲੋਚਨਾ ਐਕਸਟੈਂਡ ਕਰ ਸਕਦੀ ਹੈ ਉਹ ਚੀਜ਼ ਨੂੰ। ਮੈਂ ਉਹ ਗੱਲ ਕਹੀ ਆ ਕਿ ਇਹ ਅਕੈਡਮਿਕਸ ਦੇ ਵਿੱਚ ਹੀ ਨਹੀਂ ਹੈ ਜੀ। ਮਤਲਬ ਬਿਨਾਂ ਜਿਹੜੀਆਂ ਵਿਦਿਅਕ ਅਦਾਰਿਆਂ ਦੀ ਅਕੈਡਮਿਕਸ ਦਾ, ਉਸ ਤੋਂ ਬਿਨਾਂ ਵੀ ਜੇ ਅਸੀਂ ਦੇਖੀਏ ਸਾਹਿਤ ਆਲੋਚਨਾ ਦਾ ਰੋਲ ਇੱਕ ਸਮਾਜਿਕ ਰੂਪਾਕਾਰ ਦੇ ਤੌਰ 'ਤੇ ਵੀ ਬਹੁਤ ਮਹੱਤਵਪੂਰਨ ਹੈ। ਇੱਕ ਤਾਂ ਇਹ ਲਿਖਤ ਨੂੰ ਹੋਰ ਡੂੰਘੀ ਤਰ੍ਹਾਂ ਸਮਝਣ 'ਚ ਸਹਾਇਕ ਹੁੰਦੀ ਹੈ, ਕਿਉਂਕਿ ਦੇਖੋ ਸਾਹਿਤ ਬਾਰੇ ਜਿਹੜੀ ਇਹ ਧਾਰਨਾ ਕਿ ਸਾਹਿਤ ਸਿੱਧੇ ਹੀ ਮੁਖਾਤਬ ਹੋ ਕੇ ਆਪਣਾ ਇੱਕ ਨੈਰੇਟਿਵ ਬਣਾਉਂਦਾ, ਇਹ ਧਾਰਨਾ ਹੀ ਗਲਤ ਹੈ। ਸਾਹਿਤ ਇੱਕ ਇਹੋ ਜਿਹਾ ਸੁਹਜਾਤਮਕ ਰੂਪ ਆ ਜਿਹਦੇ ਪਿੱਛੇ ਪ੍ਰਤੀਕ ਨੇ, ਬਿੰਬ ਨੇ, ਚਿੰਨ੍ਹਕ ਨੇ, ਮਤਲਬ ਆਪਣੀਆਂ ਭਾਸ਼ਾਈ ਜੁਗਤਾਂ ਨੇ। ਉਹ ਭਾਸ਼ਾਈ ਜੁਗਤਾਂ ਇੱਕ ਨੈਰੇਟਿਵ ਬਣਾਉਂਦੀਆਂ ਨੇ ਹਰ ਰੂਪਾਕਾਰ ਦਾ ਜਦੋਂ ਇੱਕ ਬਿਰਤਾਂਤ ਬਣਾਉਂਦੀਆਂ ਨੇ ਤਾਂ ਉਸ ਬਿਰਤਾਂਤ ਦੇ ਚਿੰਨ੍ਹਕਾਂ ਨੂੰ ਸਮਝਣ ਵਾਸਤੇ ਸਾਹਿਤ ਆਲੋਚਨਾ ਦਾ ਰੋਲ ਬਹੁਤ ਹੀ ਮਹੱਤਵਪੂਰਨ ਹੋ ਜਾਂਦਾ। ਸਭ ਗੱਲ ਇਹ ਵੀ ਜਿਹੜੀ ਆਲੋਚਨਾ ਵਾਲਾ ਖੇਤਰ ਆ ਨਾ, ਇਹ ਕਾਫੀ ਗੰਭੀਰ ਜਿਹਾ ਮਸਲਾ ਹੈ। ਅਤੇ ਇੱਕ ਹੋਰ ਕਹਾਣੀ ਆ, ਕਵਿਤਾ ਆ, ਇਹ ਥੋੜ੍ਹਾ ਰੋਮਾਂਟਿਕ ਮਾਹੌਲ ਜਿਹਾ ਆ ਜਾਂਦਾ। ਆਲੋਚਨਾ ਥੋੜ੍ਹੀ ਜਿਹੀ ਗੁੰਝਲਦਾਰ ਜਿਹੀ ਆ, ਬਹੁਤ ਪੜ੍ਹਨਾ ਵੀ ਪੈਂਦਾ, ਸਮਝਣਾ ਪੈਂਦਾ। ਅਤੇ ਇਹ ਤੁਹਾਡਾ ਕਿੱਦਾਂ ਸਬੱਬ ਬਣਿਆ ਇਸ ਪਾਸੇ ਨੂੰ ਆਉਣ ਦਾ ਵੀ ਮੈਂ ਆਲੋਚਨਾ ਦੇ ਖੇਤਰ 'ਚ ਕੰਮ ਕਰਾਂ? ਮੈਂ ਇਹਨੂੰ ਕਰਨਵੀਰ ਜੀ ਹੋਰ ਤਰ੍ਹਾਂ ਲੈਣਾ, ਕਿਉਂਕਿ ਇਹ ਮਸਲਾ ਟੈਲੈਂਟ ਦਾ ਮਸਲਾ ਜੀ। ਮਤਲਬ ਮੈਨੂੰ ਇਹ ਲੱਗਦਾ ਕਿ ਰਾਈਟਿੰਗ ਲਈ ਇੱਕ ਖਾਸ ਕਿਸਮ ਦੀ ਟੈਲੈਂਟ ਦੀ ਜ਼ਰੂਰਤ ਹੁੰਦੀ ਹੈ। ਅਸੀਂ ਬੇਸ਼ੱਕ ਰੱਬ 'ਚ ਯਕੀਨ ਰੱਖੀਏ ਨਾ ਰੱਖੀਏ, ਇੱਕ ਵੱਖਰਾ ਮਸਲਾ ਜੀ, ਪਰ ਤਾਂ ਵੀ ਮੇਰਾ ਮਤਲਬ ਹੁਣ ਤੱਕ ਦਾ ਜਿਹੜੀ ਉਮਰ ਦਾ ਤਜਰਬਾ, ਆਲੇ ਦੁਆਲੇ ਜੋ ਮੈਂ ਦੇਖਿਆ, ਤਾਂ ਮੇਰਾ ਇਹ ਵਿਸ਼ਵਾਸ ਬਣ ਗਿਆ ਕਿ ਕਵਿਤਾ ਲਿਖਣ ਲਈ ਜਾਂ ਸਾਹਿਤ ਲਿਖਣ ਲਈ ਇੱਕ ਖਾਸ ਕਿਸਮ ਦੀ ਪ੍ਰਤਿਭਾ ਦੀ ਜ਼ਰੂਰਤ ਪੈਂਦੀ ਆ। ਪਰ ਆਲੋਚਨਾ ਜਿਹੜੀ ਆ, ਆਲੋਚਨਾ ਵਾਸਤੇ ਤੁਹਾਨੂੰ ਅਕੈਡਮਿਕਸ ਦੇ ਵਿੱਚ ਪੜ੍ਹਦੇ ਪੜ੍ਹਾਉਂਦੇ ਜਿੰਨਾ ਕਿ ਤੁਸੀਂ ਗਿਆਨ ਹਾਸਲ ਕਰ ਲਓਗੇ, ਉਹ ਮਾੜਾ ਮੋਟਾ ਉਹਦੀ ਪ੍ਰਾਪਤੀ ਕਰ ਲਓਗੇ।
ਪਰ ਇਹ ਇੱਕ ਵਿਅੰਗ ਦੀ ਸਥਿਤੀ ਵੀ ਹੈ ਸਾਡੇ ਕਿ ਹਰ ਜਿਹੜਾ ਐਮਏ ਪੰਜਾਬੀ ਕਰਦਾ ਆਲੋਚਕ ਬਣ ਜਾਂਦਾ। ਤਾਂ ਵੀ ਮੈਂ ਚਾਹੇ ਮੈਂ ਆਲੋਚਨਾ ਦੇ ਖੇਤਰ 'ਚ ਆਲੋਚਨਾ ਦੇ ਖੇਤਰ 'ਚ ਵੀ ਮੇਰਾ ਬਹੁਤ ਹੀ ਛੋਟਾ ਜਿਹਾ ਖੇਤਰ ਆ ਕਵਿਤਾ ਦੀ ਆਲੋਚਨਾ, ਜਾਂ ਜਿਹਨੂੰ ਕਾਵਿ ਆਲੋਚਨਾ ਦੀ ਟਰਮ ਅਸੀਂ ਕਹਿੰਦੇ ਹਾਂ। ਪਰ ਮੈਂ ਹਮੇਸ਼ਾ ਹੀ ਇਹ ਕਿਹਾ ਕਿ ਜਿਹੜਾ ਅਸਲੀ ਪ੍ਰਤਿਭਾਵਾਨ ਬੰਦਾ ਉਹ ਰਾਈਟਰ, ਰਾਈਟਿੰਗ ਪਹਿਲਾਂ, ਕਿਉਂਕਿ ਰਾਈਟਿੰਗ ਦੇ ਵਿੱਚੋਂ ਹੀ ਅੱਗੇ ਫਿਰ ਆਲੋਚਨਾ ਦਾ ਜਨਮ ਹੋਇਆ। ਆਲੋਚਕ ਤਾਂ ਜੇ ਰਾਈਟਿੰਗ ਆ। ਮੇਰਾ ਜਿਹੜਾ ਸਬੱਬ ਆ ਵੀ ਕਿੱਦਾਂ ਬਣਿਆ, ਮੈਂ ਕਈ ਵਾਰੀ ਕੋਸ਼ਿਸ਼ ਕੀਤੀ ਜਦੋਂ ਮੈਂ ਬੀ ਆਨਰ ਸਕੂਲ 'ਚ ਪਟਿਆਲਾ ਪੰਜਾਬੀ ਯੂਨੀਵਰਸਿਟੀ ਪੜ੍ਹਦਾ ਸੀ। ਕਵਿਤਾ ਬਾਰੇ ਤਾਂ ਮੈਨੂੰ ਬਿਲਕੁਲ ਹੀ ਨਹੀਂ ਸੀ ਬਹੁਤਾ ਪਤਾ, ਮੇਰੀ ਰੁਚੀ ਵੀ ਨਹੀਂ ਸੀ ਹੈਗੀ ਜੀ। ਮੈਂ ਮਤਲਬ ਆਪਣਾ ਜਿਹੜਾ ਖੇਤਰ ਆ ਉਹ ਵੀ ਨਾਵਲ ਜਾਂ ਕਹਾਣੀ ਬਣਾਉਣਾ ਚਾਹੁੰਦਾ ਸੀ, ਇਸ ਤੋਂ ਵੀ ਜ਼ਿਆਦਾ ਆਲੋਚਨਾ ਬਣਾਉਣਾ ਚਾਹੁੰਦਾ ਸੀ। ਪਰ ਕਹਾਣੀ ਲਿਖਣ ਦੀ ਕੋਸ਼ਿਸ਼ ਕੀਤੀ, ਮੈਨੂੰ ਲੱਗਿਆ ਵੀ ਇਹ ਗੱਲ ਬਣੀ ਨਹੀਂ। ਫਿਰ ਜਦੋਂ ਕਵਿਤਾ ਵਾਲੇ ਪਾਸੇ ਆਇਆ, ਜਦੋਂ ਮੈਨੂੰ ਲੱਗਿਆ ਕਿ ਕਵਿਤਾ ਦੀ ਸੋਝ ਸ਼ਾਸਤਰ ਬਾਰੇ, ਕਵਿਤਾ ਦੇ ਕਾਵਿ ਸ਼ਾਸਤਰ ਬਾਰੇ, ਯਾਨੀ ਕਵਿਤਾ ਦੇ ਰੂਪ ਬਾਰੇ ਵੀ ਮੈਨੂੰ ਹੁਣ ਸਾਰਾ ਪਤਾ ਲੱਗ ਗਿਆ ਕਿ ਬਹਿਰ ਕੀ ਆ, ਛੰਦ ਕੀ ਆ, ਯਾਨੀ ਇਹ ਜਿਹੜਾ ਕੋਈ ਬਾਹਰੀ ਢਾਂਚਾ ਹੁੰਦਾ ਕਵਿਤਾ ਦਾ, ਮੈਨੂੰ ਲੱਗਦਾ ਕਿ ਜਿੰਨੀਆਂ ਕੁ ਕਿਤਾਬਾਂ ਪੰਜਾਬੀ ਹਿੰਦੀ 'ਚ ਜਾਂ ਜਿੰਨੀ ਕੁ ਇੰਗਲਿਸ਼ ਮੈਨੂੰ ਆਉਂਦੀ ਸੀ ਉਹ ਤੋਂ ਪੜ੍ਹ ਕੇ ਲੱਗਿਆ ਕਿ ਹੁਣ ਆਪਾਂ ਟਰਾਈ ਕਰਦੇ ਹਾਂ। ਤਾਂ ਮੈਂ ਆਪਣੇ ਇੱਕ ਦੋ ਦੋਸਤ ਨੂੰ ਦਿਖਾਈ ਕਿ ਗੱਲ ਬਣੀ, ਤਾਂ ਉਹਨਾਂ ਨੇ ਕਿਹਾ ਵੀ ਇਹ ਕੋਈ ਕਵਿਤਾ ਵਾਲੀ ਗੱਲ ਨਹੀਂ। ਪਰ ਹੁਣ ਮੈਨੂੰ ਖੁਦ ਇੰਨੇ ਕੁ ਜੋਗਾ ਹੋ ਗਿਆ ਤਾਂ ਮੈਨੂੰ ਵੀ ਪਤਾ ਲੱਗਣ ਲੱਗ ਗਿਆ, ਜਦੋਂ ਮੇਰੇ ਵਿਦਿਆਰਥੀ ਦਿਖਾਉਂਦੇ ਨੇ ਜਾਂ ਦੋਸਤ ਦਿਖਾਉਂਦੇ ਨੇ ਵੀ ਭਾਈ ਪਹਿਲਾਂ ਇਹਨੂੰ ਕਵਿਤਾ ਬਣਾ, ਉਸ ਤੋਂ ਬਾਅਦ ਫਿਰ ਇਹਨੂੰ ਛਪਵਾਈ, ਕਿਉਂਕਿ ਕਵਿਤਾ ਲਿਖਣ ਵਾਸਤੇ ਕਵਿਤਾ ਦਾ ਹੁਨਰ ਜ਼ਰੂਰੀ ਆ। ਇਸੇ ਕਰਕੇ ਬਾਰ-ਬਾਰ ਵਿਦਵਾਨ ਕਹਿੰਦੇ ਆ ਕਿ ਇਹ ਜਿਹੜੀ ਪ੍ਰਤਿਭਾ ਖਾਸ ਕਰਕੇ ਸਾਹਿਤਕਾਰ ਦੀ ਪ੍ਰਤਿਭਾ, ਇਹ ਇੱਦਾਂ ਹੱਟੀ ਤੇ ਨਹੀਂ ਖਰੀਦੀ ਜਾ ਸਕਦੀ। ਮੇਰਾ ਕਮੈਂਟ ਇਹ ਆ ਕਿ ਆਲੋਚਨਾ ਹੱਟੀ ਤੇ ਖਰੀਦੀ ਜਾਂਦੀ ਹੈ, ਵੀ ਤੁਸੀਂ 100 ਕਿਤਾਬਾਂ 200 ਕਿਤਾਬਾਂ ਆਪੋ ਆਪਣੀ ਕਪੈਸਿਟੀ ਹੈ ਇਕੱਠੀਆਂ ਕਰਕੇ ਲਗਾਤਾਰ ਪੜ੍ਹੋ ਤਾਂ ਮਾੜਾ ਮੋਟਾ ਤੁਸੀਂ ਉਹਦੇ 'ਚ ਕੁਛ ਪ੍ਰਾਪਤ ਕਰ ਲੈਂਦੇ ਹੋ। ਪਰ ਸਾਹਿਤ ਦੇ ਖੇਤਰ ਦੇ ਵਿੱਚ ਪ੍ਰਤਿਭਾ ਨੂੰ ਨਿਖਾਰ ਤਾਂ ਸਕਦੇ ਹਾਂ। ਜਿਵੇਂ ਡਾਕਟਰ ਸੁਰਜੀਤ ਪਾਤਰ ਹੋਰੀ ਕਈ ਵਾਰ ਇਹ ਕਹਿੰਦੇ ਆ ਕਿ ਇੱਕ ਬੇਸਿਕ ਪ੍ਰਤਿਭਾ ਜ਼ਰੂਰ ਹੁੰਦੀ ਹੈ ਸਾਹਿਤਕਾਰ 'ਚ, ਪਰ ਪੜ੍ਹਨ ਲਿਖਣ ਦੇ ਨਾਲ, ਗਿਆਨ ਦੇ ਨਾਲ, ਆਪਣੀ ਗਿਆਨ ਨੂੰ ਹੋਰ ਵਧਾਉਣ ਦੇ ਨਾਲ ਉਹਦੇ 'ਚ ਗੰਭੀਰਤਾ, ਉਹਦੇ 'ਚ ਨਿਖਾਰ ਜ਼ਰੂਰ ਆਉਂਦਾ। ਸੋ ਮੈਂ ਇੱਦਾਂ ਇਹਨੂੰ ਮਤਲਬ ਡਿਫਰੈਂਸ਼ੀਏਟ ਕਰਦਾ ਕਿ ਇੱਕ ਖਾਸ ਕਿਸਮ ਦੀ ਜਿਹੜੀ ਪ੍ਰਤਿਭਾ ਇਹ ਕਿੱਥੋਂ ਆਉਂਦੀ ਆ। ਇਹਦੇ ਬੜੇ ਕਾਰਨ ਹੋ ਸਕਦੇ ਨੇ, ਇਹਦੇ ਬੜੇ ਜਵਾਬ ਹੋ ਸਕਦੇ ਨੇ, ਵੀ ਇਹ ਖਾਨਦਾਨੀ ਆ, ਇਹ ਜੈਨੇਟਿਕਲ ਆ, ਇਹ ਵਾਤਾਵਰਨ 'ਚੋਂ ਆਉਂਦੀ ਆ, ਜਾਂ ਇੱਕ ਖਾਸ ਮਾਹੌਲ 'ਚੋਂ ਆਉਂਦੀ ਆ। ਇਹ ਆਪੋ ਆਪਣੇ ਤਰਕ ਨੇ। ਪਰ ਤਾਂ ਵੀ ਇਹ ਗੱਲ ਤਾਂ ਸੱਚ ਆ ਕਿ ਸਾਹਿਤਕਾਰੀ ਲਈ ਇੱਕ ਖਾਸ ਕਿਸਮ ਦੀ ਟੈਲੈਂਟ ਜਿਹੜੀ ਹੈ ਉਹ ਜ਼ਰੂਰੀ ਹੈ। ਡਾਕਟਰ ਸਾਹਿਬ, ਤੁਸੀਂ ਜਿਵੇਂ ਹੁਣ ਤਾਂ 11 ਦੇ ਕਰੀਬ ਤੁਹਾਡੀਆਂ ਕਿਤਾਬਾਂ ਆ ਚੁੱਕੀਆਂ ਨੇ, ਜਿਹਦੇ ਵਿੱਚੋਂ 5 ਮੌਲਿਕ ਅਤੇ 6 ਸੰਪਾਦਕ ਕੀਤੀਆਂ ਨੇ। ਤਾਂ ਹੁੰਦਾ ਵੀ ਜਦੋਂ ਆਪਾਂ ਸ਼ੁਰੂਆਤ ਕਰਦੇ ਹਾਂ ਤਾਂ ਉਹਦੇ ਲਈ ਇੱਕ ਚੋਣ ਕਰਨੀ ਹੁੰਦੀ ਹੈ ਵੀ ਹਾਂਜੀ ਇਹ ਵਿਸ਼ੇ ਦੇ ਉੱਤੇ ਜਾਂ ਇਹ ਕਿਤਾਬ ਦੇ ਸੰਬੰਧ ਵਿੱਚ ਮੈਂ ਲਿਖਾਂ। ਤਾਂ ਉਹ ਤੁਸੀਂ ਪਹਿਲੀ ਕਿਤਾਬ ਤੁਹਾਡੀ ਕਦੋਂ ਆਉਂਦੀ ਇਸ ਸੰਬੰਧੀ, ਅਤੇ ਕਿਸ ਵਿਸ਼ੇ ਆਪਣੀ ਕਾਵਿ ਰੂਪ ਉੱਤੇ ਤੁਸੀਂ ਆਲੋਚਨਾ ਕਿਤਾਬ ਲਿਖੀ? ਕਰਨਵੀਰ ਜੀ, ਅਸਲ 'ਚ ਮੇਰਾ ਜਿਹੜਾ ਵਿਸ਼ਾ ਕਾਵਿ ਆਲੋਚਨਾ ਦਾ ਬਣਿਆ, ਇਹਦੀ ਵੀ ਇੱਕ ਬੜੀ ਇੰਟਰਸਟਿੰਗ ਕਹਾਣੀ ਹੈ। ਮੈਂ ਅਸਲ 'ਚ PhD ਨਾਵਲ 'ਤੇ ਕਰਨਾ ਚਾਹੁੰਦਾ ਸੀ ਜੀ। ਡਾਕਟਰ ਰਵਿੰਦਰ ਰਵੀ ਹੋਰਾਂ ਦੇ ਨਾਲ ਮੈਂ ਇੱਕ ਤਰ੍ਹਾਂ ਨਾਲ ਸਟਾਰਟ ਕਰ ਵੀ ਲਈ ਸੀ। ਫਿਰ ਮੈਂ ਕਦੋਂ ਦੀ ਗੱਲ ਹੈ, ਕਿਹੜੇ ਸਾਲ ਦੀ? ਮੈਂ 90 ਦੇ ਵਿੱਚ MPhil ਕੀਤੀ ਆ, 89 ਦੇ ਵਿੱਚ ਮੈਂ MPhil ਸਬਮਿਟ ਕਰਤੀ ਸੀ। ਠੀਕ ਹੈ। ਤਾਂ ਉਹ ਡਾਕਟਰ ਰਵੀ ਹੋਰਾਂ ਦੀ ਸ਼ਹਾਦਤ ਤੋਂ ਬਾਅਦ ਫਿਰ ਮੈਂ ਵਿਸ਼ਾ ਸਾਹਿਤ ਵਿਗਿਆਨ ਰੱਖਿਆ। ਮੈਨੂੰ ਇਹ ਸੀ ਸਾਹਿਤ ਆਲੋਚਨਾ ਬਣਾ ਲਈਏ। ਡਾਕਟਰ ਜਗਜੀਤ ਹੋਰਾਂ ਨਾਲ ਇੱਥੇ ਜਾ ਕੇ 90 ਦੇ ਵਿੱਚ ਮੈਂ ਚੰਡੀਗੜ੍ਹ ਆ ਗਿਆ ਸੀ, ਪੰਜਾਬੀ ਯੂਨੀਵਰਸਿਟੀ ਪਟਿਆਲਾ ਛੱਡ ਕੇ। ਸਾਹਿਤ ਵਿਗਿਆਨ ਦਾ ਜਦੋਂ ਵਿਸ਼ਾ ਬਣਾਇਆ ਤਾਂ ਮੇਰੇ ਦਿਮਾਗ ਦੇ ਵਿੱਚ ਡਾਕਟਰ ਹਰਭਜਨ ਸਿੰਘ ਜਾਂ ਸੰਰਚਨਾਵਾਦੀ ਰੂਪਵਾਦੀ ਆਲੋਚਕ ਸੀ ਕਿ ਮੈਂ ਮਾਰਕਸਵਾਦ, ਨਾ ਮਾਰਕਸਵਾਦ ਦਾ ਵਿਦਿਆਰਥੀ ਸੀ ਇੱਕ ਤਰ੍ਹਾਂ ਦੇ ਨਾਲ, ਕਿ ਬਹਾਨੇ ਦੇ ਨਾਲ ਸੰਰਚਨਾਵਾਦ ਅਤੇ ਰੂਪਵਾਦ ਜਾਂ ਜਿਹੜੀ ਪੋਇਟਿਕਸ ਮੈਂ ਪੜ੍ਹੀ ਨਹੀਂ ਹਜੇ ਚੱਜ ਨਾਲ, ਉਹ ਪੜ੍ਹ ਲਾਂਗਾ। ਪਰ 6 ਕੁ ਮਹੀਨਿਆਂ ਬਾਅਦ ਡਾਕਟਰ ਕੇਸਰ ਸਿੰਘ ਕੇਸਰ, ਡਾਕਟਰ ਨਿਹਾਰ ਸਿੰਘ ਹੋਰਾਂ ਨਾਲ ਜਦੋਂ ਹੋਰ ਜ਼ਿਆਦਾ ਇਸ ਵਿਸ਼ੇ 'ਤੇ ਗੱਲ ਹੋਈ, ਉਹ ਕਹਿੰਦੇ, ਡਾਕਟਰ ਕੇਸਰ ਸਿੰਘ ਕੇਸਰ ਕਹਿੰਦੇ ਵੀ ਤੂੰ ਕਵਿਤਾ ਦੀ ਅਸਥੈਟਿਕਸ 'ਤੇ ਕੰਮ ਕਰ। ਕਵਿਤਾ ਦੀ ਅਸਥੈਟਿਕਸ 'ਤੇ ਕੰਮ ਨਹੀਂ ਹੋਇਆ। ਤਾਂ ਮੈਨੂੰ ਲੱਗਿਆ ਕਿ ਮੈਂ ਕਵਿਤਾ ਦੀ ਅਸਥੈਟਿਕਸ ਬਾਰੇ ਕਿੱਦਾਂ ਕੰਮ ਕਰੂੰਗਾ।
ਇੱਕ ਕੰਮ ਹੀ ਹੋਇਆ ਸੀ ਮੁੱਢਲੇ ਤੌਰ ਤੇ, ਤਾਂ ਹਿੰਦੀ ਦੇ ਵਿੱਚ ਇੰਗਲਿਸ਼ ਦੇ ਵਿੱਚ ਤਾਂ ਹੈ ਸੀ, ਤਾਂ ਇੱਦਾਂ ਮੈਂ ਕਵਿਤਾ ਦੀ ਆਲੋਚਨਾ 'ਚ ਆ ਗਿਆ। ਤਾਂ ਡਾਕਟਰ ਨਿਹਾਰ ਸਿੰਘ ਹੋਰਾਂ ਦੀ ਮੈਨੂੰ ਗੱਲ ਯਾਦ ਆ, ਉਹ ਕਹਿੰਦੇ ਵੀ ਮੈਨੂੰ ਡਾਕਟਰ ਕੇਸਰ ਉਹਨੇ ਰਾਏ ਦਿੱਤੀ ਸੀ ਵੀ ਤੇਰਾ ਕੁਛ ਨਹੀਂ ਵਟਿਆ ਜਾਣਾ ਹੋਰ ਖੇਤਰ 'ਚ, ਤੂੰ ਨਾ ਲੋਕ ਧਾਰਾ 'ਚ ਸੱਭਿਆਚਾਰ 'ਚ ਚੱਲ ਜਾ। ਕਹਿੰਦਾ ਮੇਰਾ ਵਟਿਆ ਗਿਆ, ਮੈਂ ਹੁਣ ਲੋਕ ਧਾਰਾ ਵਿਗਿਆਨੀ ਅਖਵਾਨਾ। ਕਹਿੰਦਾ ਤੂੰ ਕਵਿਤਾ ਦੀ ਆਲੋਚਨਾ 'ਚ ਚੱਲ ਜਾ। ਮੈਂ ਕਿਹਾ ਜੀ ਉੱਥੇ ਵੀ ਕੰਪੀਟੀਸ਼ਨ ਆ। ਕਹਿੰਦੇ ਨਹੀਂ, ਇੰਨਾ ਕੰਪੀਟੀਸ਼ਨ ਨਹੀਂ, ਹੁਣ ਜਿਹੜੀ ਕਵਿਤਾ 'ਚ ਬਦਲਾਅ ਆ ਰਹੇ ਆ ਤਾਂ ਉੱਧਰ ਚਲਾ ਜਾ। ਤੇ ਇਹ ਗੱਲ ਪੱਕੀ ਆ ਕਿ ਕਾਵਿ ਧਾਰਾਵਾਂ ਦੀ ਕਵਿਤਾ ਤੋਂ ਅਗਲੀ ਜਿਹੜੀ ਕਵਿਤਾ ਸੀ, ਮੈਂ ਉਹ ਕਵਿਤਾ ਪੜ੍ਹਨੀ ਸ਼ੁਰੂ ਕੀਤੀ PhD ਤੋਂ ਬਾਅਦ। ਉਦੋਂ ਤੱਕ ਮੈਂ ਕਮਲਾ ਲੋਹਟੀ SD ਕਾਲਜ 'ਚ ਲੁਧਿਆਣੇ ਮੈਨੂੰ ਪਰਮਾਨੈਂਟ ਨੌਕਰੀ ਮਿਲ ਗਈ ਸੀ। ਤਾਂ ਉੱਥੇ ਫਿਰ ਮੈਂ ਕਈ ਤਰ੍ਹਾਂ ਦੀਆਂ ਮਿੱਥਾਂ ਬਣੀਆਂ ਹੋਈਆਂ ਸੁਣੀਆਂ ਸੈਮੀਨਾਰਾਂ 'ਚ। ਜ਼ਿਆਦਾ ਤਾਂ ਨਹੀਂ ਸੀ ਮੈਂ ਜਾਂਦਾ ਸੈਮੀਨਾਰਾਂ 'ਚ, ਪਰ ਜਦੋਂ ਵੀ ਕਦੇ ਜਾਂਦਾ ਸੀ ਕਹਿੰਦੇ ਜੀ ਹੁਣ ਕਵਿਤਾ ਦੇ ਵਿੱਚ ਰਾਜਨੀਤੀ ਖਤਮ ਹੋ ਗਈ, ਇਤਿਹਾਸ ਖਤਮ ਹੋ ਗਿਆ, ਵਿਚਾਰਧਾਰਾ ਨਾਲੋਂ ਟੁੱਟ ਗਈ। ਤਾਂ ਮੈਂ ਕਿਹਾ ਇਹ ਕਿੱਦਾਂ ਹੋ ਸਕਦਾ ਵੀ ਇੱਕ ਸਾਡੀ ਟ੍ਰੈਡੀਸ਼ਨ ਆ ਬਹੁਤ ਅਮੀਰ ਮੈਡੀਵਲ ਪੀਰੀਅਡ ਦੀ, ਜਿਹਨਾਂ ਦੇ ਸਾਡੇ ਕੋਲ ਸੂਫੀ ਪਰੰਪਰਾ, ਗੁਰੂ ਨਾਨਕ ਦੀ ਇੱਕ ਸਦੀ ਤੋਂ ਉੱਪਰ ਦਾ ਸਾਹਿਤ ਇਸੇ ਵਿੱਚ ਪਿਆ ਹੀ, ਵਿਚਾਰਧਾਰਾ 'ਚ ਪਿਆ। ਅਸੀਂ ਗੋਲਡਨ ਪੀਰੀਅਡ ਇਸੇ ਕਰਕੇ ਮੱਧਕਾਲ ਨੂੰ ਕਹਿੰਦੇ ਆ ਕਿ ਸਾਡੇ ਕੋਲ ਗੁਰੂ ਨਾਨਕ ਦੇਵ ਜੀਆਂ ਵਰਗੇ ਵੱਡੇ ਪੈਗੰਬਰ ਸ਼ਾਇਰ ਨੇ। ਤਾਂ ਇਹ ਕਿੱਦਾਂ ਹੋ ਸਕਦਾ? ਜਦੋਂ ਪਰ ਮੈਂ ਪੜ੍ਹਨੀ ਸ਼ੁਰੂ ਕੀਤੀ ਕਿ ਸੁਰਜੀਤ ਪਾਤਰ, ਪਾਸ਼, ਜਗਤਾਰ ਤੋਂ ਅਗਲੇ ਆਉਣ ਵਾਲੇ ਕਵੀ ਵੀ ਜਿਹੜੇ ਕਵਿਤਾ ਲਿਖ ਰਹੇ ਸੀ, 3-4 ਤਾਂ ਪੁਰਾਣੇ ਹੀ ਸੀ। ਨਵਤੇਜ ਭਾਰਤੀ ਦੀ ਕਵਿਤਾ ਪੜ੍ਹੀ, ਅਜਮੇਰ ਰੋਡੇ ਦੀ ਪੜ੍ਹੀ, ਫਿਰ ਨਵੇਂ 15-20 ਕਵੀਆਂ ਦੀਆਂ ਮੈਂ 2-2, 3-3 ਕਿਤਾਬਾਂ ਇਕੱਠੀਆਂ ਕੀਤੀਆਂ। ਤਾਂ ਮੈਨੂੰ ਲੱਗਿਆ ਵੀ ਇਹ ਮਿੱਥਾਂ ਦੇ ਕਾਰਨ ਨੇ। ਈਵਨ ਸਵਰਨਜੀਤ ਸਵੀ ਦੀਆਂ ਕਿਤਾਬਾਂ ਇਕੱਠੀਆਂ ਕੀਤੀਆਂ, ਜ਼ਫਰ ਪੜ੍ਹਿਆ। ਤਾਂ ਇੱਦਾਂ ਕਰਦੇ ਕਰਦੇ ਇੱਕ ਮੇਰਾ ਦੋਸਤ ਸੀ ਆਪਣੇ ਪੋਲੀਟੀਕਲ ਸਾਇੰਸ ਦਾ, ਕਾਫੀ ਪੜ੍ਹਨ ਵਾਲਾ ਬੰਦਾ ਸੀ ਕਾਲਜ ਦੇ ਵਿੱਚ। ਤਾਂ ਉਹ ਕਹਿੰਦੇ ਵੀ ਇਹ ਜਿਹੜਾ ਤੂੰ ਵਿਸ਼ਾ ਲੈ ਰਿਹਾ ਠੀਕ ਆ, ਇਹਦੇ ਨਾਲ ਤੈਨੂੰ ਪੋਸਟ ਮਾਡਰਨਟੀ ਜਾਂ ਪੋਸਟ ਮਾਡਰਨਿਜ਼ਮ ਵੀ ਦੇਖਣਾ ਪਏਗਾ, ਉਹ ਕੰਟੈਕਸਟ ਵੀ ਦੇਖਣਾ ਪਏਗਾ। ਪੰਜਾਬੀ ਆਲੋਚਨਾ ਦੇ ਵਿੱਚ ਬੜੀ ਚਰਚਾ ਸੀ, ਰਿਟੋਰਿਕ ਚਰਚਾ ਸੀ ਕਿ ਉੱਤਰ ਆਧੁਨਿਕਤਾ ਆ ਗਿਆ, ਹੁਣ ਬਾਕੀ ਸਾਰਾ ਕੁਝ ਖਤਮ ਹੋ ਗਿਆ। ਮਤਲਬ ਇਹ ਇਸ ਕਿਸਮ ਦੀਆਂ ਮਿੱਥਾਂ ਦਾ ਪਾਰ ਨਿਤਾਰਾ ਕਰਨ ਵਾਸਤੇ ਜਾਂ ਮੈਨੂੰ ਲੱਗਿਆ ਕਿ ਵੀ ਮੈਂ ਵੀ ਇਹਦੇ ਵਿੱਚ ਐਂਟਰ ਹੋਵਾਂ ਕਿ ਹੈ ਕੀ ਹੈ। ਤਾਂ ਉਹ ਉਸ ਦਿਲਚਸਪੀ ਨੇ ਨਵੀਂ ਪੰਜਾਬੀ ਕਵਿਤਾ ਜਿਹਨੂੰ ਕਿਹਾ ਜਾ ਰਿਹਾ ਸੀ ਉਹ ਨਿੱਠ ਕੇ ਪੜ੍ਹੀ। ਤਾਂ ਉਹਦੇ ਨਾਲ ਸੰਬੰਧਿਤ ਮੈਂ ਸ਼ਾਇਦ 98 'ਚ ਜਾਂ 99 'ਚ 98 ਜਾਂ 99 ਦੇ ਵਿੱਚ ਪੰਜਾਬੀ ਭਵਨ ਦੇ ਵਿੱਚ ਨਵੀਂ ਪੰਜਾਬੀ ਕਵਿਤਾ ਵਿੱਚ ਪ੍ਰਤੀਰੋਧ ਦੇ ਨਵੇਂ ਸੰਦਰਭ ਇੱਕ ਵੱਡਾ ਪਰਚਾ ਪੜ੍ਹਿਆ। ਸਤਿੰਦਰ ਸਿੰਘ ਨੂਰ ਉਹਦੀ ਪ੍ਰਧਾਨਗੀ ਸੀ, ਅਮਰਜੀਤ ਗਰੇਵਾਲ ਸੀ, ਡਾਕਟਰ ਸੁਰਜੀਤ ਸੀ, ਸੁਰਜੀਤ ਪਾਤਰ ਸੀ। ਉਹ ਹੈ ਤਾਂ 3-4 ਸਾਲਾਂ ਦੀ ਮਿਹਨਤ ਦਾ ਨਤੀਜਾ ਸੀ। ਉਸ ਤੋਂ ਪਹਿਲਾਂ ਮੈਂ ਵੱਡੇ ਕਿਸੇ ਪਲੇਟਫਾਰਮ 'ਤੇ ਪਰਚਾ ਪੜ੍ਹਨ ਜਾਂਦਾ ਹੀ ਨਹੀਂ ਸੀ, ਗਿਆ ਹੀ ਨਹੀਂ ਸੀ। ਜਦੋਂ ਮੈਂ ਪਰਚਾ ਪੜ੍ਹਿਆ ਤਾਂ 3-4 ਜਿਹੜੇ ਬੰਦੇ ਕਵਿਤਾ ਦੇ ਖੇਤਰ ਦੇ ਵਿੱਚ ਚੰਗਾ ਨਾਂ ਕਮਾ ਚੁੱਕੇ ਸੀ, ਉਹ ਇੱਕ ਤਰ੍ਹਾਂ ਦੇ ਨਾਲ ਨਾ ਮੈਨੂੰ ਮਿਲੇ। ਅਮਰਜੀਤ ਗਰੇਵਾਲ ਨੇ ਤਾਂ ਘੁੱਟ ਕੇ ਮੈਨੂੰ ਜੱਫੀ ਪਾ ਲਈ, ਮੈਂ ਉਹਨੂੰ ਜਾਣਦਾ ਨਹੀਂ ਸੀ, ਨਾ ਹੀ ਸੁਣਿਆ ਸੀ ਕਿ ਵੀ ਹੁਣ ਕਵਿਤਾ ਦੀ ਆਲੋਚਨਾ ਬਦਲ ਗਈ, ਬਦਲੇਗੀ, ਵੀ ਤੂੰ ਕਿੱਥੇ ਬੈਠਾ ਕਾਲਜ 'ਚ, ਹੋਰ ਸੋਚ। ਮੈਂ ਕਿਹਾ ਜੀ ਮੈਂ ਹਰ ਕਿਸੇ ਦੀ ਮਨਸ਼ਾ ਹੁੰਦੀ ਹੈ ਕਿ ਯੂਨੀਵਰਸਿਟੀ 'ਚ ਜਾਵਾਂ। ਸੋ ਯੂਨੀਵਰਸਿਟੀ ਵੀ ਮੇਰੇ ਦਿਮਾਗ 'ਚ ਕਰਨ ਵੀ ਰਹੇ ਸੀ ਕਿ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਨਹੀਂ ਜਾਣਾ ਹੈਗਾ। ਇਹਦੇ ਮੇਰੇ ਨਿੱਜੀ ਕਾਰਨ ਸੀ, ਉਹ ਮੈਂ ਸ਼ਾਇਦ ਹਜੇ ਨਾ ਦੱਸ ਸਕਾਂ ਜੀ। ਤਾਂ ਮੇਰਾ ਸੀ ਕਿ ਮੈਂ ਪੰਜਾਬ ਯੂਨੀਵਰਸਿਟੀ 'ਚ ਜਾਣਾ। ਮੈਂ ਕਿਹਾ ਜੀ ਇਹ ਮਕਸਦ ਤਾਂ ਹੈਗਾ, ਪਰ ਯੂਨੀਵਰਸਿਟੀ ਜਾਣ ਲਈ ਕੋਈ ਮਾੜਾ ਮੋਟਾ ਆਧਾਰ ਤਾਂ ਚਾਹੀਦਾ, ਮਾੜਾ ਮੋਟਾ ਨਾਂ ਥਾਂ ਤਾਂ ਚਾਹੀਦਾ। ਸੋ ਇਸ ਆਧਾਰ ਨੂੰ ਬਣਾਉਣ ਵਾਸਤੇ ਕਵਿਤਾ ਦੀ ਆਲੋਚਨਾ 'ਚ ਆਇਆ। ਇਹਨੂੰ ਸਵਾਰਥ ਕਹਿ ਲਓ, ਇਹਨੂੰ ਲੋੜ ਕਹਿ ਲਓ, ਇਹਨੂੰ ਸ਼ੌਕ ਕਹਿ ਲਓ। ਪਰ ਮੈਨੂੰ ਫਿਰ ਡਾਕਟਰ ਨਿਹਾਰ ਸਿੰਘ ਹੋਰਾਂ ਦੀ ਗੱਲ ਯਾਦ ਆਈ ਜਦੋਂ ਮੇਰੀ ਪਹਿਲੀ ਕਿਤਾਬ ਛਪੀ 2007 ਦੇ ਵਿੱਚ, ਨਵੀਂ ਪੰਜਾਬੀ ਸ਼ਾਇਰੀ ਸਮਕਾਲੀ ਸੰਦਰਭ। ਮੈਂ ਨਾਲ ਸਾਹਿਤ ਆਲੋਚਨਾ 'ਤੇ ਕੰਮ ਕਰਦਾ ਰਿਹਾ। ਮੈਂ ਗ੍ਰੈਮਸ਼ੀ ਬਾਰੇ ਆਰਟੀਕਲ ਲਿਖਿਆ, ਛਪਿਆ ਵੀ। ਮੈਂ ਰੇਮੰਡ ਵਿਲੀਅਮ ਬਾਰੇ ਇੱਕ ਵੱਡਾ ਆਰਟੀਕਲ ਲਿਖਿਆ। ਇਸੇ ਤਰ੍ਹਾਂ ਟੈਰੀ ਗਿਲਟਨ ਬਾਰੇ ਕਿਤਾਬ ਮੈਂ ਲਿਖਣ ਲੱਗਿਆ ਹੋਇਆ, ਜਿਹੜਾ ਦਿੱਲੀ ਸਾਹਿਤ ਅਕਾਡਮੀ ਨੇ ਮੈਨੂੰ ਪ੍ਰੋਜੈਕਟ ਦਿੱਤਾ ਸੀ। ਮਤਲਬ ਆਲੋਚਨਾ ਦੀ ਕਿਤਾਬ ਤਿਆਰ ਹੈ। ਇੱਦਾਂ ਹੀ ਡਾਕਟਰ ਕੇਸਰ ਸਿੰਘ ਕੇਸਰ ਬਾਰੇ 2 ਆਰਟੀਕਲ ਆਲੋਚਨਾ ਦੇ ਲਿਖੇ। ਯਾਨੀ ਸਾਹਿਤ ਆਲੋਚਨਾ ਦੇ ਵਿੱਚ ਵੀ ਜਿਹਦਾ ਸੰਬੰਧ ਨਵੀਂ ਆਲੋਚਨਾ ਦੇ ਨਾਲ ਸੀ। ਮੇਰੀ ਦਿਲਚਸਪੀ ਸੀ ਵੀ
ਉੱਤਰ ਮਾਰਕਸਵਾਦ ਆ ਜਿਹੜਾ, ਕਿਉਂਕਿ ਮੈਨੂੰ ਲੱਗਦਾ ਸੀ ਮਾਰਕਸਵਾਦ ਲਗਾਤਾਰ ਮੈਂ ਪੜ੍ਹਿਆ, ਉੱਤਰ ਮਾਰਕਸਵਾਦ ਕਹਿ ਲਓ ਜਾਂ ਨਾ ਮਾਰਕਸਵਾਦ ਕਹਿ ਲਓ, ਉਹਨਾਂ ਦੇ ਵਿੱਚ ਮੈਂ ਥਿੰਕਰ ਪੜ੍ਹਦੇ ਹੋਏ ਗ੍ਰੈਮਸ਼ੀ ਤੋਂ ਬਾਅਦ ਹੌਲੀ ਹੌਲੀ ਕਿਹਾ ਕਿ ਸਾਹਿਤ ਆਲੋਚਨਾ ਨੂੰ ਮੈਂ ਨਾਲ ਨਾਲ ਆਪਣਾ ਡਿਸਪਲਿਨ ਬਣਾਵਾਂਗਾ, ਜਿਹਦੀ ਕਿ ਕਿਤਾਬ ਤਕਰੀਬਨ ਤਿਆਰ ਆ, ਸਾਲ 2 ਸਾਲ ਦੇ ਵਿੱਚ ਮੈਂ ਉਹ ਕਰਾਂਗਾ। ਇਸੇ ਤਰ੍ਹਾਂ ਫਿਰ ਉੱਤਰ ਪੰਜਾਬ ਸੰਕਟ ਮੇਰੀ ਇੱਕ ਕਵਿਤਾ ਦੀ ਆਲੋਚਨਾ ਦੀ ਕਿਤਾਬ ਆਈ, ਫਿਰ ਨਵੀਂ ਸ਼ਾਇਰੀ ਪ੍ਰਤੀਰੋਧ ਦੇ ਨਵ ਸੰਦਰਭ ਆਈ, ਫਿਰ ਇਸ ਤਰ੍ਹਾਂ ਹੀ ਸੰਪਾਦਿਤ ਕਿਤਾਬਾਂ। ਬਾਅਦ ਦੇ ਵਿੱਚ ਖੈਰ ਲੇਖਕ ਖੁਦ ਵੀ ਕਹਿਣ ਲੱਗ ਗਏ ਕਿ ਮੇਰੇ ਬਾਰੇ ਲਿਖੋ, ਪਰ ਮੈਂ ਉਹਨਾਂ ਬਾਰੇ ਪਹਿਲਾਂ ਲਿਖਿਆ, ਕਵੀਆਂ ਬਾਰੇ ਜਿਨ੍ਹਾਂ ਨੂੰ ਮੈਂ ਕਦੇ ਮਿਲਿਆ ਹੀ ਨਹੀਂ ਸੀ। ਇੱਕ ਤਾਂ ਮੈਂ ਘਟਨਾ ਦੱਸਦਾ, ਮੈਂ ਜਸਵੰਤ ਦੀ ਦੌਰਾਨ ਦੀ ਕਵਿਤਾ ਪੜ੍ਹਨ ਲੱਗਿਆ ਸੀ ਤੇ ਮੈਨੂੰ ਬੜੀ ਕਮਾਲ ਦੀ ਕਵਿਤਾ ਲੱਗੀ। ਉਹ ਰੂਪਾਕਾਰ ਦੇ ਤੌਰ 'ਤੇ ਉਹਦੇ ਵਿਸ਼ਿਆਂ 'ਚ ਵੀ ਮਤਲਬ ਕਿੱਦਾਂ ਮਨ ਦੀਆਂ ਆਤਰੰਗ ਭਾਵਨਾਵਾਂ ਨੂੰ ਆਵਾਜ਼ ਦਿੰਦਾ ਸੀ ਕਵੀ। ਤਾਂ ਮੈਂ ਉਹਦੇ ਸਾਰੀਆਂ ਕਵਿਤਾਵਾਂ ਜਿੰਨੀਆਂ ਪੜ੍ਹੀਆਂ ਸੀ, 2 ਕਿਤਾਬਾਂ ਉਦੋਂ ਤੱਕ ਛਪੀਆਂ ਸੀ, ਉਹਦੇ ਬਾਰੇ ਆਰਟੀਕਲ ਭੇਜਿਆ ਸਮਦਰਸ਼ੀ ਨੂੰ ਤੇ ਉਹ ਛਪ ਗਿਆ। ਥੋੜ੍ਹੇ ਜਿਹੇ ਮਹੀਨਿਆਂ ਬਾਅਦ ਖਬਰ ਆਈ ਕਿ ਜਸਵੰਤ ਦੀਦ ਨੂੰ ਇਨਾਮ ਮਿਲ ਗਿਆ। ਤਾਂ ਜਸਵੰਤ ਦੀਦ ਨੇ ਉਹ ਆਰਟੀਕਲ ਪਹਿਲਾਂ ਪੜ੍ਹ ਲਿਆ ਸੀ। ਉਹ ਪਟਿਆਲੇ ਵਾਲੇ ਯੋਗਰਾਜ ਨੂੰ ਉਹਨੇ ਫੋਨ ਕੀਤੇ ਵੀ ਤੂੰ ਇੰਨੀ ਸੰਜੀਦਗੀ ਨਾਲ ਮੇਰੇ ਤੇ ਆਰਟੀਕਲ ਕਿੱਦਾਂ ਲਿਖਿਆ। ਉਹ ਕਹਿੰਦੇ ਨਹੀਂ, ਉਹ ਚੰਡੀਗੜ੍ਹ ਵਾਲਾ ਯੋਗਰਾਜ ਆ, ਤਾਂ ਪੜ੍ਹਾਉਂਦਾ ਲੁਧਿਆਣੇ ਆ। ਮੈਨੂੰ ਚੰਡੀਗੜ੍ਹ ਵਾਲਾ ਯੋਗਰਾਜ ਕਹਿੰਦੇ ਸੀ ਜਾਂ ਛੋਟਾ ਯੋਗਰਾਜ ਕਹਿੰਦੇ ਸੀ, ਕਿਉਂਕਿ ਮੈਂ ਚੰਡੀਗੜ੍ਹ ਲਗਾਤਾਰ ਆਉਂਦਾ ਜਾਂਦਾ ਰਹਿੰਦਾ ਸੀ। ਆਪਣੇ ਮੇਰੇ ਵਾਈਫ ਚੰਡੀਗੜ੍ਹ ਦੇ ਸੀ ਇੱਥੇ ਨਾਲੇ ਇਹ ਵੀ ਸੀ ਕਿ ਪੰਜਾਬ ਯੂਨੀਵਰਸਿਟੀ ਦੇ ਨਾਲ ਮੈਂ ਜੁੜਿਆ ਰਹਾਂ। ਤਾਂ ਇਸ ਤਰ੍ਹਾਂ ਚੱਲ ਇਹ ਚੱਲਦਾ ਰਿਹਾ। ਉਸੇ ਪ੍ਰਸੰਗ ਦੇ ਵਿੱਚ ਹੁਣ ਵੀ ਮੈਂ ਅੱਜ ਸੁਬਾਹ ਹੀ ਇੱਕ ਆਰਟੀਕਲ ਹੈ ਜਿਹੜਾ ਉਹ ਕਵਿਤਾ ਬਾਰੇ ਤਿਆਰ ਕਰ ਰਿਹਾ ਸੀ। 3-4 ਆਰਟੀਕਲ ਨਾ ਇਹਨਾਂ ਨੂੰ ਮੈਂ ਰੀਸ਼ੇਪ ਦੇਣੀ ਸੀ। ਇੱਕ ਪਰਖ 'ਚ ਛਪਣਾ ਸੀ, ਉਹਦੇ 'ਚ ਸਗੋਂ ਗੁਰਪ੍ਰੀਤ ਬਾਰੇ ਇੱਕ ਆਰਟੀਕਲ ਅਧੂਰਾ ਸੀ। ਅਮਰਜੀਤ ਚੰਦਨ ਦੀ ਕਵਿਤਾ ਸੰਦੂਕ ਬਾਰੇ ਆਰਟੀਕਲ ਪੂਰਾ ਹੋਣ ਵਾਲਾ ਸੀ। ਇੱਦਾਂ ਹੀ ਇੱਕ ਕਿਤਾਬ ਸੀ ਸਭ ਕਾ ਮੰਗਲ ਹੋਏ, ਪਰਮਿੰਦਰ ਸੋਢੀ ਤੇ ਉਹਨਾਂ ਦੇ ਨਾਲ ਆਪਣੇ ਤਨਦੀਪ ਤਮੰਨਾ, ਉਹਨਾਂ ਨੇ ਸਾਂਝੀ ਇੱਕ ਬੜੀ ਇੰਟਰਸਟਿੰਗ ਕਿਤਾਬ ਲਿਖੀ। ਉਹ ਮੈਂ ਪੜ੍ਹੀ, ਮੈਂ ਕਿਹਾ ਇਹਦੇ ਬਾਰੇ ਵੀ ਆ। ਇਸੇ ਤਰ੍ਹਾਂ ਬਲਵਿੰਦਰ ਸੰਧੂ ਬਾਰੇ ਮੈਂ ਕੋਈ ਆਰਟੀਕਲ ਨਹੀਂ ਸੀ ਲਿਖਿਆ, ਬੜਾ ਮੈਨੂੰ ਪ੍ਰੋਮੀਨੈਂਟ ਕਵੀ ਲੱਗਦਾ। ਮੈਂ ਕਿਹਾ ਵੀ ਸਾਰੀਆਂ ਕਿਤਾਬਾਂ ਬਾਰੇ ਤਾਂ ਨਹੀਂ, ਤਾਂ ਮਧੂਕਰੀ ਬਾਰੇ ਵੀ ਮੈਂ ਆਰਟੀਕਲ ਪਾਵਾਂਗਾ। ਇਸੇ ਤਰ੍ਹਾਂ ਮੇਰਾ ਦੋਸਤ ਸੀ, ਮੇਰਾ ਜੂਨੀਅਰ ਸੀ ਆਪਣੇ ਸ਼ਮੀਲ, ਤਾਂ ਸ਼ਮੀਲ ਦੀ ਕਵਿਤਾ ਵੀ ਮੈਨੂੰ ਵਧੀਆ ਲੱਗਦੀ ਸੀ, ਉਹਦਾ ਵੈਸੇ ਸੁਭਾਅ ਵੀ। ਤਾਂ ਧੂਫ ਜਦੋਂ ਆਈ ਮੈਂ ਪੜ੍ਹੀ ਤਾਂ ਉਹ ਵੀ ਮੇਰਾ ਵਿਚਾਰ ਬਣਿਆ ਕਿ ਇਸ ਨਵੀਂ ਕਿਤਾਬ ਜਿਹੜੀ ਹੁਣ ਛਪਣੀ ਆ ਤਾਂ ਉਹ ਪਾਵਾਂਗਾ। ਮਤਲਬ ਇਹਦੇ 'ਚ ਹੈ ਤਾਂ ਦੇਵ ਤੋਂ ਲੈ ਕੇ ਸ਼ਮੀਲ ਤੱਕ ਜਾਂ ਨਵਿਆਂ 'ਚੋਂ ਗੁਰਪ੍ਰੀਤ ਤੱਕ 20-25 ਆਰਟੀਕਲ ਨੇ। 2 ਕਿਤਾਬਾਂ ਦਾ ਮੈਟਰ ਆ। ਪਹਿਲਾਂ ਮੈਂ ਇੱਕ ਕਿਤਾਬ ਦਊਂਗਾ ਜੀ, ਪਰ ਨਾਲ ਮੇਰੇ ਦਿਮਾਗ 'ਚ ਇਹ ਵੀ ਆ ਕਰਨਵੀਰ ਕਿ ਹੁਣ ਇਹ ਪ੍ਰੋਜੈਕਟ ਆ ਜਿਹੜਾ ਨਵੀਂ ਪੰਜਾਬੀ ਕਵਿਤਾ ਦਾ ਜਾਂ ਕਵਿਤਾ ਦਾ, ਇਹਨੂੰ ਥੋੜ੍ਹੀ ਦੇਰ ਛੱਡ ਕੇ ਵੀ ਇਹ ਨਵੇਂ ਕਵੀ ਕੁਛ ਜਿਹੜੇ ਬਹੁਤ ਹੀ ਪ੍ਰੋਮੀਨੈਂਟ ਮੈਨੂੰ ਲੱਗਦੇ ਆ, ਕਿਉਂਕਿ ਨਿੱਜੀ ਰਾਏ ਤਾਂ ਨਿੱਜੀ ਰਾਏ ਹੁੰਦੀ ਹੈ ਨਾ, ਪਸੰਦਗੀ ਨਾਪਸੰਦਗੀ ਤਾਂ ਆਪਣੀ ਆਜ਼ਾਦੀ ਆ, ਕਿ ਉਹਨਾਂ ਬਾਰੇ ਮੈਂ ਜ਼ਰੂਰ ਲਿਖਦਾ। ਖਾਸ ਤੌਰ 'ਤੇ ਕੁਛ ਮੇਰੇ ਐਸੇ ਦੋਸਤ ਨੇ ਬਹੁਤ ਵਧੀਆ ਕਵਿਤਾ ਲਿਖਦੇ ਨੇ, ਮੈਨੂੰ ਚੰਗੇ ਲੱਗਦੇ ਨੇ। ਜਿਵੇਂ ਹਰਮੀਤ ਵਿਦਿਆਰਥੀ ਬਾਰੇ ਮੈਂ ਮਤਲਬ ਅੱਧ-ਪਚੱਧ ਲਿਖਿਆ ਹੋਇਆ, ਤਾਂ ਦੁਬਾਰਾ ਫਿਰ ਮੈਂ ਉਹਦੇ ਬਾਰੇ ਮੈਂ ਕਿਹਾ ਇਸ ਕਿਤਾਬ ਦੇ ਵਿੱਚ ਹਰਮੀਤ ਵਿਦਿਆਰਥੀ ਬਾਰੇ ਵੀ ਆ। ਇੱਦਾਂ ਦੇ 3-4 ਨਾਂ ਹੈਗੇ ਨੇ ਜਿਹੜੇ ਉਸ ਕਿਤਾਬ ਦੇ ਵਿੱਚ ਮੇਰੀ ਪਾਉਣ ਦੀ ਤਮੰਨਾ। ਡਾਕਟਰ ਸਾਹਿਬ, ਜਿਵੇਂ ਤੁਸੀਂ ਹੁਣ ਕਾਫੀ ਜ਼ਿਆਦਾ ਅਧਿਐਨ ਕੀਤਾ ਤੇ ਕਵਿਤਾ ਦੇ ਉੱਤੇ, ਹੁਣ ਜੇਕਰ ਪਿਛਲੇ ਸਮੇਂ ਦੀ ਗੱਲ ਕਰੀਏ ਤਾਂ ਇੱਕ ਲੰਮਾ ਅਰਸਾ ਜਿਵੇਂ ਤੁਸੀਂ ਜ਼ਿਕਰ ਕੀਤਾ ਵੀ ਉਹ ਅਧਿਆਤਮਕਵਾਦ ਉੱਤੇ ਜਿਹੜੀ ਕਵਿਤਾ ਲਿਖੀ ਗਈ ਹੈ ਬਹੁਤ ਜ਼ਿਆਦਾ ਅਰਸਾ, ਉਹ ਤੋਂ ਬਾਅਦ ਇਹ ਜਿਹੜਾ ਸਮਕਾਲੀ ਕਵਿਤਾ ਦੇ ਵਿੱਚ ਬਦਲਾਅ ਦੀ ਤੁਸੀਂ ਗੱਲ ਕਰਦੇ ਹੋ, ਤੇ ਇਹਨੂੰ ਜਦੋਂ ਆਪਾਂ ਪੜ੍ਹਦੇ ਤਾਂ ਵੱਖ-ਵੱਖ ਹਿੱਸਿਆਂ 'ਚ ਵੰਡਿਆ ਹੁੰਦਾ 98-97 ਤੋਂ ਬਾਅਦ ਜਾਂ ਇਹ ਤੋਂ ਬਾਅਦ, ਕਿ ਇਹ ਵੰਡਣਾ ਇੱਕ ਤਰੀਕੇ ਨਾਲ ਸਹੀ ਤਰੀਕੇ ਨਾਲ ਵੰਡ ਹੋ ਸਕਦੀ ਹੈ ਜੀ? 2-3 ਬੜੇ ਗੁੰਝਲਦਾਰ ਸਵਾਲ ਪੁੱਛੇ ਆ। 1990 ਤੋਂ ਬਾਅਦ ਦੀ ਪੰਜਾਬੀ ਕਵਿਤਾ ਦੇ ਜਿਹੜੇ ਰੁਝਾਨ ਫੜੇ ਆ ਜਾਂ ਨਾਮਕਰਨ ਕੀਤਾ, ਮਤਲਬ ਜੇ ਅਸੀਂ ਉਹਦਾ ਇਤਿਹਾਸ ਬਣੇਗਾ ਜੀ, ਤਾਂ ਇਹ ਗੱਲ ਸੱਚ ਆ ਕਿ ਇਹ ਸਭ ਤੋਂ ਪਹਿਲਾਂ ਉਹਨਾਂ ਰੁਝਾਨਾਂ ਦਾ ਨਾਮ ਮੈਂ ਰੱਖਿਆ। ਮੈਂ 2007 ਦੇ ਵਿੱਚ ਹੀ ਰੱਖਤਾ ਸੀ, ਪਰ ਉਹ ਨਾਂ ਹੁਣ ਤੱਕ ਮੇਰੇ ਕੋਲ ਫਾਈਨਲ ਨਹੀਂ।
ਮਸਲਨ ਮੈਨੂੰ ਇਹ ਲੱਗਿਆ ਕਿ ਕਾਵਿ ਧਾਰਾਵਾਂ ਤੋਂ ਬਾਅਦ ਦੀ ਕਵਿਤਾ ਨੂੰ ਨਵੀਂ ਕਵਿਤਾ ਤੇ ਉੱਤਰਆਧੁਨਿਕ ਕਵਿਤਾ ਦੋ ਨਾਂ ਦਿੱਤੇ ਜਾ ਰਹੇ ਆ, ਜਾਂ ਇਤਿਹਾਸ ਮੁਕਤ ਵਿਚਾਰਧਾਰਾ ਮੁਕਤ ਕਵਿਤਾ ਕਹੀ ਜਾ ਰਹੀ ਹੈ, ਜਦ ਕਿ ਇਸ ਕਵਿਤਾ ਦੇ ਵਿੱਚ ਵੀ ਪ੍ਰਤੀਰੋਧ ਦੀਆਂ ਧੁਨੀਆਂ ਬਹੁਤ ਨੇ। ਇਹਦੇ 'ਚ ਦਲਿਤ ਚਿੰਤਨ ਚੇਤਨਾ ਨਾਲ ਸੰਬੰਧਿਤ ਇੱਕ ਕਾਵਿ ਉਚਾਰ ਆ, ਇਹਦੇ ਨਾਲ ਨਾਰੀਵਾਦੀ ਕਵਿਤਾ ਨਾਲ ਸੰਬੰਧਿਤ ਇੱਕ ਨਵ ਕਾਵਿ ਉਚਾਰ ਆਇਆ ਅੰਮ੍ਰਿਤਾ ਪ੍ਰੀਤਮ ਤੋਂ ਅਗਲਾ ਦੌਰ ਕਿ ਮੈਂ ਕਹਿੰਦਾ ਕਿ ਮਨਜੀਤ ਟਿਵਾਣਾ ਨੇ ਜਿਹੜਾ ਰੈਡੀਕਲ ਫੈਮਿਨਿਜ਼ਮ ਦਾ ਦੌਰ ਇੱਕ ਸ਼ੁਰੂ ਕੀਤਾ ਸੀ, ਬੜੀ ਚਰਚਾ ਹੋਈ ਸੀ, ਉਸ ਤੋਂ ਵੀ ਅਗਲਾ ਦੌਰ ਸ਼ੁਰੂ ਹੋਇਆ ਨਵੀਆਂ ਕਵਿਤਰੀਆਂ 'ਚ ਵੀ ਇਹਦਾ ਵੀ ਕੋਈ ਨਾਮਕਰਨ ਹੋਣਾ ਚਾਹੀਦਾ। ਸੋ ਕਰਦੇ ਕਰਦੇ ਮੈਂ ਕਿਹਾ ਵੀ ਹੁਣ ਕੀ ਕਰੀਏ ਉਹਦਾ ਵੀ ਮੈਂ ਮੋਟੇ ਤੌਰ 'ਤੇ ਕਿ ਨਵ ਕਾਬੋਧ ਨਾਲ ਸੰਬੰਧਿਤ ਇਹਨਾਂ ਦਾ ਨਾਂ ਰੱਖੀਏ ਕਿ ਨਵੀਂ ਦਲਿਤ ਕਵਿਤਾ ਨੂੰ ਵੀ ਕਿ ਦਲਿਤ ਕਵਿਤਾ ਦਾ ਨਵ ਕਾਬੋਧ, ਨਾਰੀਵਾਦੀ ਕਵਿਤਾ ਦਾ ਨਵ ਕਾਬੋਧ, ਵਿਸ਼ਵੀਕਰਨ ਦੇ ਪ੍ਰਤੀਰੋਧ ਦੀ ਨਵੀਂ ਪੰਜਾਬੀ ਕਵਿਤਾ ਤੇ ਪ੍ਰਗਤੀਸ਼ੀਲ ਪੰਜਾਬੀ ਕਵਿਤਾ ਦੇ ਨਵ ਸੰਦਰਭ। ਪਤਾ ਨਹੀਂ ਕਿਉਂ ਬਾਰ-ਬਾਰ, ਕਿਉਂਕਿ ਮੈਂ ਇੱਕ ਵਿਚਾਰਧਾਰਾਈ ਬੰਦਾ ਰਿਹਾ ਸ਼ੁਰੂ ਤੋਂ ਹੀ, ਤਾਂ ਜਦੋਂ ਮੈਂ ਨਵੀਂ ਕਵਿਤਾ ਪੜ੍ਹਦਾ ਤਾਂ ਉਹਦੇ 'ਚ ਸੁਰਜੀਤ ਜੱਜ ਤੋਂ ਲੈ ਕੇ ਜਿੱਦਾਂ ਹਰਮੀਤ ਵਿਦਿਆਰਥੀ ਦਾ ਮੈਂ ਜ਼ਿਕਰ ਕੀਤਾ, ਪੰਜਾਬੀ ਦੇ ਵਿੱਚ ਡਾਕਟਰ ਜਗਤਾਰ, ਸੁਰਜੀਤ ਪਾਤਰ, ਪਾਸ਼ ਆਪੋ ਆਪਣੇ ਦੌਰ ਦੇ ਬਹੁਤ ਵੱਡੇ ਵਿਚਾਰਧਾਰਕ ਕਵੀ ਨੇ। ਸਮਕਾਲ ਦੇ ਵਿੱਚ ਵੀ ਸੁਰਜੀਤ ਪਾਤਰ ਉਸੇ ਸ਼ਿੱਦਤ ਨਾਲ ਲਿਖ ਰਹੇ ਆ, ਨਵੀਂ ਕਵਿਤਾ ਦੇ ਵਿੱਚ ਵੀ ਬਹੁਤ ਹੀ ਇੱਕ ਪ੍ਰਤੀਨਿਧ ਕਵੀ ਨੇ। ਮੈਂ ਕਹਿਣਾ ਇਹ ਚਾਹੁੰਦਾ ਕਿ ਮੈਨੂੰ ਇਹ ਲੱਗਿਆ ਕਿ ਪ੍ਰਗਤੀਸ਼ੀਲ ਜਿਹੜੀ ਜਾਂ ਪ੍ਰਗਤੀਵਾਦੀ ਕਵਿਤਾ ਹੁੰਦੀ ਸੀ ਉਹ ਵੀ ਬੜੀ ਬਦਲੀ ਆ, ਤੇ ਪਰ ਉਹਨੇ ਪ੍ਰਤੀਰੋਧਕ ਸੁਰ ਨਹੀਂ ਛੱਡੀ ਆਪਣੀ। ਕਿਸੇ ਨਾ ਕਿਸੇ ਤਰ੍ਹਾਂ ਦੇ ਨਾਲ ਇੱਕ ਮਹਾ ਆਸ਼ਾ ਦੀਆਂ ਧੁਨੀਆਂ ਉਹ ਉਹਨਾਂ ਕਵੀਆਂ ਦੇ ਦਿਮਾਗ 'ਚ ਹੈਗੀਆਂ ਕਿ ਕੋਈ ਬਦਲ ਹੋਏਗਾ, ਜਦ ਕਿ ਨਵੀਂ ਕਵਿਤਾ ਦੇ ਵਿੱਚ ਇਹ ਬਦਲਾਅ ਹੋਰ ਤਰ੍ਹਾਂ ਆਇਆ। ਤਾਂ ਇਹਦੇ 'ਚ ਵੀ ਮੈਂ ਇੱਕ ਪਛਾਣ ਬਣਾਈ ਤਾਂ ਮੈਂ ਉਹਦਾ ਨਾਂ ਰੱਖਤਾ ਵੀ ਪਹਿਲਾਂ ਇਹਨੂੰ ਜਦੋਂ ਕ੍ਰਾਂਤੀਕਾਰੀ ਕਵਿਤਾ ਤੇ ਪ੍ਰਗਤੀਵਾਦੀ ਕਵਿਤਾ ਨੂੰ ਮਿਲਾਉਣ ਦਾ ਯਤਨ ਡਾਕਟਰ ਕੇਸਰ ਸਿੰਘ ਕੇਸਰ ਨੇ ਕੀਤਾ ਤਾਂ ਉਹਨਾਂ ਨੇ ਇਹਨੂੰ ਨਵ ਪ੍ਰਗਤੀਵਾਦੀ ਕਵਿਤਾ ਕਿਹਾ। ਮੈਂ ਤੇ ਡਾਕਟਰ ਸੁਖਦੇਵ ਸਿਰਸਾ ਨੇ ਉਹ ਨਾਂ ਉੱਦਾਂ ਹੀ ਉੱਥੋਂ PhD ਲਈ ਲੈ ਲਿਆ, ਪਰ ਮੇਰੀ ਤਸੱਲੀ ਨਹੀਂ ਹੋਈ ਕਿ ਇਹਨੂੰ ਵੱਖਰੇ ਤੌਰ 'ਤੇ ਪਰਿਭਾਸ਼ਿਤ ਕਰਨ ਦੀ ਲੋੜ ਆ। ਫਿਰ ਮੈਂ ਸੁਰਜੀਤ ਜੱਜ ਦੀ ਕਵਿਤਾ ਨੂੰ ਇੱਕ ਤਰ੍ਹਾਂ ਦੇ ਨਾਲ ਉਹਦਾ ਮਾਡਲ ਬਣਾਇਆ। ਸੁਖਵਿੰਦਰ ਕੰਬੋਜ ਵੀ ਉਹਦੇ 'ਚ ਆ ਜਾਂਦਾ ਵੀ ਰੈਟੋਰਿਕ ਦੇ ਬਾਵਜੂਦ ਇਸ ਕਵਿਤਾ ਦੇ ਵਿੱਚ ਨਵੀਆਂ ਬਰੀਕੀਆਂ ਆਈਆਂ। ਉਹ ਬਰੀਕੀਆਂ ਆਈਆਂ ਕਿ ਉਹ ਜਿਹੜਾ ਇੱਕ ਕਾਰਪੋਰੇਟ ਜਗਤ ਆ ਜਾਂ ਉਪਭੋਗੀ ਮੰਡੀ ਦਾ ਸੰਸਾਰ ਆ, ਉਹਨੂੰ ਇਹ ਪ੍ਰਗਤੀਸ਼ੀਲ ਕਵਿਤਾ ਨਾਲ ਸੰਬੰਧਿਤ ਕਵੀ ਕਿੱਦਾਂ ਇੱਕ ਨਵੀਂ ਕਾਵਿ ਭਾਸ਼ਾ 'ਚ ਪੇਸ਼ ਕਰਦੇ ਆ। ਉਹਦੇ 'ਚ ਗਜ਼ਲ ਵਾਲੇ ਵੀ ਆਏ। ਇਸੇ ਤਰ੍ਹਾਂ ਮੈਂ ਇੱਕ ਗੱਲ ਹੋਰ ਕਰ ਲਾਂ ਜੀ, ਕੁਛ ਕਵੀ ਇਹਦੇ 'ਚ ਉਹ ਵੀ ਸ਼ਾਮਲ ਹੋਏ ਜਿਹੜੇ ਸੈਲੀਬ੍ਰੇਸ਼ਨ ਦੀ ਕਵਿਤਾ ਜਾਂ ਉੱਤਰਾਧੁਨਿਕ ਕਵਿਤਾ ਦੇ ਨਾਲ ਸੰਬੰਧਿਤ ਕੀਤੇ ਗਏ। ਕਵੀ ਆਪ ਨਹੀਂ ਹੁੰਦਾ। ਜਦੋਂ ਸਵਰਨਜੀਤ ਸਵੀ ਨੇ ਦੇਹੀਨਾਥ ਤੇ ਕਾਮੇਸ਼ਵਰੀ ਲਿਖੀ ਤਾਂ ਇੱਕ ਬਹੁਤ ਵੱਡਾ ਰਾਮ ਰੌਲਾ ਪਿਆ ਵੀ ਇਹ ਹੁਣ ਜਸ਼ਨ ਦੀ ਕਵਿਤਾ ਸ਼ੁਰੂ ਹੋ ਗਈ, ਦੁੱਖ ਦੀ ਕਵਿਤਾ ਬਹੁਤ ਹੋ ਗਈ ਸੀ। ਤਾਂ 5-6 ਸਾਲ ਬਾਅਦ ਸਗੋਂ ਫਿਰ ਉਹਦੀ ਆਲੋਚਨਾ ਹੋਣੀ ਸ਼ੁਰੂ ਹੋ ਗਈ। ਅਸਲ ਕਾਰਨ ਤਾਂ ਇਹ ਸੀ ਕਿ ਉਹਨੂੰ ਇੱਕ ਵੱਖਰੇ ਤਰ੍ਹਾਂ ਦੀ ਨਵ ਅਧਿਆਤਮਕ ਕਵਿਤਾ ਵੀ ਕਿਹਾ ਗਿਆ। ਉਹ ਜਿਹੜਾ ਤੁਸੀਂ ਸਵਾਲ ਪੁੱਛਿਆ ਸੀ ਨਾ ਵੀ ਅਧਿਆਤਮਕ ਕਵਿਤਾ ਬਹੁਤ ਲਿਖੀ ਗਈ ਜਾਂ ਕਿਹਾ ਗਿਆ, ਉਹਦਾ ਜਵਾਬ ਲੱਭਣ ਵਾਸਤੇ ਮੈਂ ਨਵਤੇਜ ਭਾਰਤੀ ਨੂੰ ਪੜ੍ਹਿਆ ਤੇ ਨਵਤੇਜ ਭਾਰਤੀ ਦੀਆਂ ਟਿੱਪਣੀਆਂ ਪੜ੍ਹੀਆਂ। ਨਵਤੇਜ ਭਾਰਤੀ ਕਹਿੰਦਾ ਵੀ ਹੁਣ ਜਿਹੜੀ ਗੱਲ ਮੈਨੂੰ ਵੀ ਠੀਕ ਲੱਗਦੀ ਆ ਕਿ ਜਿਹੜੀ ਹੁਣ ਦੀ ਕਵਿਤਾ ਨੂੰ ਅਸੀਂ ਨਵ ਅਧਿਆਤਮ ਦੀ ਕਵਿਤਾ ਕਹਿੰਦੇ ਆ, ਇਹ ਧਰਮ ਸ਼ਾਸਤਰੀ ਕਵਿਤਾ ਨਹੀਂ ਹੈ। ਇਹਦੇ 'ਚ ਰਹੱਸ ਦਾ, ਕੁਦਰਤ ਦਾ, ਬੰਦੇ ਦੀ ਸੈਲੀਬ੍ਰੇਸ਼ਨ ਦਾ, ਸਹਿਜਤਾ ਦਾ ਇੱਕ ਐਸਾ ਪ੍ਰਵਚਨ ਆ ਜਿਹੜੀ ਉਪਭੋਗੀ ਮੰਡੀ ਦੇ ਸਮਾਨਾਂਤਰ ਮਾਨਵੀ ਸੰਵੇਦਨਾਵਾਂ ਦੀ ਤਲਾਸ਼ ਕਰਦੀ ਹੈ। ਇਹਦੇ ਫਿਰ ਕਵੀ ਕਿੰਨੇ ਹੀ ਨੇ ਜਿਹੜੇ ਤਾਂ ਸਿੱਧੇ ਤੌਰ 'ਤੇ ਅਧਿਆਤਮਵਾਦ ਦੇ ਨਾਲ ਸੰਬੰਧਿਤ ਹੋਏ। ਉਹ ਤਾਂ ਪਰਮਜੀਤ ਸੋਹਲ ਪ੍ਰਮੁੱਖ ਕਵੀ ਆ, ਬਹੁਤ ਹੀ ਚੰਗੀ ਕਵਿਤਾ ਉਹਨਾਂ ਨੇ ਲਿਖੀ। ਭੁਪਿੰਦਰ ਕੌਰ ਪ੍ਰੀਤ ਦੀ ਕਵਿਤਾ, ਇੱਕ ਕਾਵਿ ਸੰਗ੍ਰਹਿ ਮਨਜੀਤ ਪਾਲ ਕੌਰ ਦਾ ਛਪਿਆ ਹਯਾਤੀ, ਇਸੇ ਤਰ੍ਹਾਂ ਪੰਮਦੀਪ ਦਾ ਜ਼ਿਕਰ ਆਉਂਦਾ। ਤਾਂ
ਇਹਨੂੰ ਵੀ ਮੈਂ ਜਿਹੜੀ ਨਵ ਅਧਿਆਤਮਵਾਦੀ ਕਵਿਤਾ 1990 ਤੋਂ ਬਾਅਦ ਦੀ ਹੈ ਨਾ, ਇਹਨੂੰ ਧਰਮ ਸ਼ਾਸਤਰੀ ਦ੍ਰਿਸ਼ਟੀਕੋਣ ਤੋਂ ਦੇਖਣਾ ਹੀ ਗਲਤ ਹੈ। ਇਹ ਸਹਿਜਤਾ ਦੀ ਤਲਾਸ਼ ਦੀ ਕਵਿਤਾ, ਇਹਦੇ 'ਚ ਮਨਮੋਹਨ ਦੀਆਂ ਕਵਿਤਾਵਾਂ ਵੀ ਨੇ। ਇਹਦੇ 'ਚ ਇੱਕ ਬਹੁਤ ਵੱਡਾ ਜਿਹੜਾ ਕਾਵਿ ਵਿਚਾਰ ਆ ਉਹ ਪਰਮਿੰਦਰ ਸੋਢੀ ਦੀਆਂ ਕਵਿਤਾਵਾਂ ਦਾ ਵੀ ਆ। ਪਰਮਿੰਦਰ ਸੋਢੀ ਦੀਆਂ ਕਵਿਤਾਵਾਂ ਦੇ ਵਿੱਚ ਕਿਤੇ ਵੀ ਧਰਮ ਸ਼ਾਸਤਰੀ ਦ੍ਰਿਸ਼ਟੀ ਨਹੀਂ ਹੈ, ਪਰ ਉਹ ਕੁਦਰਤ ਦੇ ਰਾਹੀਂ ਇੱਕ ਐਸੇ ਅਰਥਾਂ ਦੀ ਸਿਰਜਣਾ ਕਰਦਾ ਜਿਹਦੇ 'ਚ ਮਾਨਵੀ ਸੰਵੇਦਨਾਵਾਂ, ਜਿਵੇਂ ਬੰਦੇ ਨੂੰ ਉਪਭੋਗੀ ਮੰਡੀ ਦੇ ਖਿਲਾਫ ਇੱਕ ਰੋਹ ਵੀ ਪੈਦਾ ਕਰਦੀਆਂ ਨੇ। ਮੈਂ ਕਹੂੰਗਾ ਵੀ ਇੱਕ ਗੱਲ ਹੋਰ ਵੀ ਹੈ ਨਾ, ਪੰਜਾਬੀ ਜਿਹੜੀ ਕਾਵਿ ਰਚਨਾ ਨੇ ਹੁਣ ਦੇ ਸਮੇਂ ਜਦੋਂ ਉਹਨੂੰ ਭਾਸ਼ਾ ਦੇ ਹਿਸਾਬ ਨਾਲ ਦੇਖਦੇ ਹਾਂ, ਹਿੰਦੀ ਦੀ ਕਵਿਤਾ ਦੇਖਦੇ ਹਾਂ, ਉਰਦੂ ਦੀ ਕਵਿਤਾ ਦੇਖਦੇ ਹਾਂ, ਤਾਂ ਉਹਦੇ ਵਿੱਚ ਪੰਜਾਬੀ ਕਾਵਿ ਰੂਪ ਇਸ ਵਕਤ ਕਿੱਥੇ ਕੁ ਸਟੈਂਡ ਕਰ ਤੁਹਾਨੂੰ ਦਿਖਦਾ? ਜਿੱਥੇ ਕੰਪੈਰੀਜ਼ਨ ਦੀ ਗੱਲ ਹੈ ਨਾ, ਉਹ ਇੱਦਾਂ ਮਕੈਨੀਕਲੀ ਕੰਪੈਰੀਜ਼ਨ ਤਾਂ ਕਰਨਾ ਵੀ ਨਹੀਂ ਚਾਹੀਦਾ, ਪਰ ਕਿਉਂਕਿ ਹਿੰਦੀ ਦੀ ਕਵਿਤਾ ਇੰਗਲਿਸ਼ ਨਾਲੋਂ ਆਪਾਂ ਜ਼ਿਆਦਾ ਪੜ੍ਹਦੇ ਹਾਂ, ਉਹ ਮੈਂ ਵੀ ਪੜ੍ਹਦਾ। ਉਰਦੂ ਦੀਆਂ ਜਿਹੜੀਆਂ ਲਿਪੀ ਅੰਤਰ ਨੇ, ਪਰ ਮੈਂ ਦੇਖਿਆ ਕਿ ਮੈਂ ਕਿਉਂਕਿ 3-4 ਹਿੰਦੀ ਕਵੀਆਂ ਬਾਰੇ ਲਿਖਿਆ ਵੀ ਆ, ਤਾਂ ਪੰਜਾਬੀ ਦੀ ਕਵਿਤਾ ਨੂੰ ਜਦੋਂ ਅਸੀਂ ਹਿੰਦੀ ਦੇ ਮੁਕਾਬਲਤਨ ਹੁਣ ਦੀ ਕਵਿਤਾ ਨੂੰ ਦੇਖਦੇ ਹਾਂ ਤਾਂ ਸਾਡੇ ਕੋਲ ਵੱਡੇ ਨਾਂ ਨੇ। ਇਹੀ ਨਹੀਂ ਕਿ ਉਹਨਾਂ ਕੋਲ ਹੀ ਮੁਕੇਸ਼ ਡਬਰਾਲ ਜਾਂ ਅਸ਼ੋਕ ਬਾਜਪਾਈ ਵਰਗੇ ਵੱਡੇ ਨਵੇਂ ਕਵੀ ਨਵੀਂ ਕਵਿਤਾ ਦੇ ਲਿਖਣ ਵਾਲੇ ਆ। ਸਾਡੇ ਕੋਲ ਵੀ ਨਵਤੇਜ ਭਾਰਤੀ, ਅਜਮੇਰ ਰੋਡੇ ਆ, ਸੁਰਜੀਤ ਪਾਤਰ ਆ, ਜਸਵੰਤ ਦੀਦ ਆ, ਜ਼ਫਰ ਆ, ਅਮਰਜੀਤ ਚੰਦਨ ਆ। ਇਹ ਫਰਿਸ਼ਤ ਬਹੁਤ ਲੰਬੀ ਆ। ਨਵਿਆਂ 'ਚੋਂ ਗੁਰਪ੍ਰੀਤ ਆ, ਤਾਂ ਮੋਹਨਜੀਤ ਦਾ ਆਪਾਂ ਜ਼ਿਕਰ ਨਹੀਂ ਕੀਤਾ, ਬਹੁਤ ਹੀ ਅੱਛੀ ਕਵਿਤਾ ਉਹਨਾਂ ਨੇ ਪੁਰਾਣੇ ਕਵੀ ਦੇ ਤੌਰ 'ਤੇ। ਅਤੇ ਨਵਾਂ ਵੀ ਹੋਣੀ ਜਿਹੜੀ ਉਹਦੀ ਕਿਤਾਬ ਆਈ ਆ ਕੋਈ ਲੀਕ ਮੇਰੀ ਵੀ, ਤਾਂ ਇਹ ਵੀ ਬੜੀ ਰੈਲੇਵੈਂਟ ਕਵਿਤਾ। ਤਾਂ ਕਰਨਵੀਰ ਜੀ, ਮੈਂ ਬਿਲਕੁਲ ਹੀ ਪੰਜਾਬੀ ਕਵਿਤਾ ਦਾ ਜਿਹੜਾ ਭਵਿੱਖ ਆ, ਉਹਦੇ ਰੂਪਾਂ ਦਾ, ਉਹਦੀ ਕਾਵਿ ਭਾਸ਼ਾ ਦਾ, ਬਹੁਤ ਹੀ ਮੈਨੂੰ ਲੱਗਦਾ ਕਿ ਕਾਫੀ ਚੰਗਾ ਜੀ। ਬੜੀ ਸ਼ਿੱਦਤ ਦੇ ਨਾਲ ਪੰਜਾਬੀ ਕਵੀ ਲਿਖ ਰਹੇ ਆ ਔਰ ਡੂੰਘੇ ਵਿਸ਼ਿਆਂ ਨੂੰ ਪ੍ਰਗਟ ਕਰ ਰਹੇ ਆ, ਮਾਨਵੀ ਸੰਵੇਦਨਾਵਾਂ ਨੂੰ ਪ੍ਰਗਟ ਕਰ ਰਹੇ ਆ। ਛੇਤੀ ਮੈਂ ਗੱਲ ਜ਼ਰੂਰ ਕਹਿਣਾ ਚਾਹਾਂਗਾ ਕਿ ਪ੍ਰੋਬਲਮ ਉੱਥੇ ਜ਼ਰੂਰ ਆ ਕਿ ਜਦੋਂ ਅਸੀਂ ਫੇਸਬੁੱਕ ਦੇ ਰਾਹੀਂ ਐਸੀ ਕਵਿਤਾ ਨੂੰ ਕਵਿਤਾ ਮੰਨ ਲੈਂਦੇ ਹਾਂ ਜਿਹਦੇ 'ਚ ਕਵਿਤਾ ਵਰਗਾ ਕੁਛ ਨਹੀਂ, ਪਰ ਫੇਸਬੁੱਕ 'ਤੇ ਬਹੁਤ ਵਧੀਆ ਕਵਿਤਾ ਵੀ ਲਿਖੀ ਜਾ ਰਹੀ ਹੈ। ਉਹ ਇੱਕ ਬਹੁਤ ਕਾਰਗਰ ਮਾਧਿਅਮ ਆ, ਉਹਦਾ ਪ੍ਰਯੋਗ ਹੋਣਾ ਚਾਹੀਦਾ। ਤਾਂ ਮੈਂ ਇਸ ਮਾਮਲੇ 'ਚ ਥੋੜ੍ਹਾ ਟੱਚੀ ਹਾਂ ਕਿ ਕਵਿਤਾ ਪਹਿਲਾਂ ਕਵਿਤਾ ਹੋਵੇ, ਕਵਿਤਾ ਦੇ ਰੂਪਾਕਾਰ ਬਾਰੇ ਲਿਖਣ ਵਾਲੇ ਕਵੀ ਨੂੰ ਪਤਾ ਹੋਣਾ ਚਾਹੀਦਾ ਛਪਵਾਉਣ ਤੋਂ ਪਹਿਲਾਂ, ਕਿਤਾਬ ਛਪਵਾਉਣ ਤੋਂ ਪਹਿਲਾਂ, ਨਹੀਂ ਤਾਂ ਕਿਤਾਬਾਂ ਦਾ ਅੰਬਾਰ ਲੱਗਦਾ ਰਹੇਗਾ। ਹੁਣ ਅੱਜ ਕੱਲ੍ਹ ਨਾ ਆਲੋਚਨਾ ਸੁਣਨ ਵਾਲੇ ਘੱਟ ਰਹਿ ਗਏ। ਗੱਲ ਤਾਂ ਵੀ ਕਿਸੇ ਨੂੰ ਸੁਣਨੇ, ਜੇ ਕਿਸੇ ਨੇ ਆਪਣੇ ਇੰਪਰੂਵਮੈਂਟ ਕਰਨੀ, ਕਵਿਤਾ ਬਾਰੇ ਵੀ ਆਪਾਂ ਹੀ ਕਹਿੰਦੇ ਹਾਂ ਕਿ ਕਵਿਤਾ ਦੇ ਪਾਠਕ ਘੱਟ ਰਹੇ, ਪਰ ਚੰਗੀ ਕਵਿਤਾ ਦੇ ਪਾਠਕ ਪੈਦਾ ਹੋਣਗੇ, ਉਹ ਵਿਕਦੀਆਂ ਨੇ। ਚਲੋ ਜੀ, ਇਹਨਾਂ ਦੀ ਗਿਣਤੀ ਹਮੇਸ਼ਾ ਘੱਟੀ ਹੁੰਦੀ ਆ, ਆਪਾਂ ਕਦੇ ਵੀ ਪਾਠਕਾਂ ਨੂੰ ਗਿਣਤੀ 'ਚ ਨਾ ਆਪਾਂ ਲੈ ਕੇ ਜਾਈਏ। ਗਿਣਤੀ ਤਾਂ ਭੀੜ ਹੁੰਦੀ ਆ, ਜਿਹੜੇ ਆਰਟਿਸਟ ਬੰਦੇ ਨੇ ਉਹ ਤਾਂ ਗਿਣਤੀ 'ਚ ਹੁੰਦੇ ਨੇ। ਵੈਰੀ ਰਾਈਟ ਕਿ ਜਿਹੜੀ ਪਾਪੂਲਰਿਟੀ ਆ, ਮੈਨੂੰ ਕਿਸੇ ਨੇ ਪੁੱਛਿਆ ਕਿ ਫਲਾਨੀ ਕਿਤਾਬ ਦੀ ਇੰਨੇ ਕਵਿਤਾ ਦੇ ਇੰਨੇ ਐਡੀਸ਼ਨ ਵਿਕੇ, ਤੁਹਾਡਾ ਕੀ ਖਿਆਲ ਆ? ਤੁਸੀਂ ਸਮਝ ਗਏ ਹੋਣੇ, ਮੈਂ ਉਹਦਾ ਨਾਂ ਨਹੀਂ ਲੈਣਾ। ਮੈਂ ਕਿਹਾ ਵੀ ਮੈਂ ਉਹਦੇ ਬਾਰੇ ਕਮੈਂਟ ਨਹੀਂ ਕਰਨਾ। ਚੰਗਾ ਮੁੰਡਾ, ਗੀਤਕਾਰ ਆ, ਉਹਦੀ ਕਵਿਤਾ ਵਿਕੀ ਬਹੁਤ ਆ, ਪਰ ਉਹ ਮੇਰੇ ਕੰਟੈਕਸਟ ਦੇ ਵਿੱਚ ਜਾਂ ਮੇਰੀ ਸਟੱਡੀ ਦੇ ਵਿੱਚ ਹਜੇ ਨਹੀਂ ਆ ਰਿਹਾ। ਇੱਦਾਂ ਤਾਂ ਮੁੰਡੇ ਨੇ ਬਹੁਤ ਸੋਹਣੀ ਕਵਿਤਾ ਬਰਕਤ। ਗੀਤਕਾਰ ਹਮੇਸ਼ਾ ਰੌਲਾ ਪਾਉਂਦੇ ਆ ਨਾ ਵੀ ਸਾਡੇ ਗੀਤਾਂ ਨੂੰ ਭਾਈ ਤੁਸੀਂ ਸਾਹਿਤ 'ਚ ਕਿਉਂ ਨਹੀਂ ਲੈਂਦੇ। ਦੇਖੋ, ਗੀਤਾਂ 'ਚ ਬੜੇ ਸੰਜੀਦਗੀ ਵਾਲੇ ਗੀਤ ਆ, ਉਹ ਸਾਹਿਤਕ ਗੀਤ ਆ। ਹੁਣ ਸਾਹਿਰ ਲੁਧਿਆਣਵੀ ਕਵੀ ਵੀ ਸੀ, ਗੀਤਕਾਰ ਵੀ ਸੀ। ਜਾਵੇਦ ਅਖਤਰ ਕਵੀ ਵੀ ਆ, ਗੀਤਕਾਰ ਵੀ ਆ। ਮਤਲਬ ਤਾਂ ਫਰਿਸ਼ਤ ਬਹੁਤ ਲੰਬੀ ਆ। ਮੈਂ ਤਾਂ ਮਤਲਬ ਨਵੇਂ ਪੰਜਾਬੀ ਕਵੀਆਂ ਨੂੰ ਮਤਲਬ ਇੱਕ ਟੀਚਰ ਦੇ ਤੌਰ 'ਤੇ, ਹਾਲਾਂਕਿ ਮੈਂ ਕੋਈ ਅਥਾਰਟੀ ਨਹੀਂ ਹੈ, ਮੈਨੂੰ ਤਾਂ ਆਪ ਹੀ ਨਹੀਂ ਕਵਿਤਾ ਲਿਖਣੀ ਆਉਂਦੀ, ਪਰ ਕਿਉਂਕਿ ਜਦੋਂ ਤੁਸੀਂ ਕਵਿਤਾ ਪੜ੍ਹਦੇ ਹੋ ਤਾਂ ਇੰਨਾ ਕੁ ਪਤਾ ਲੱਗ ਜਾਂਦਾ ਇਹ ਕਵਿਤਾ ਹੈ, ਇਹ ਕਵਿਤਾ ਨਹੀਂ ਹੈ। ਹੁਣ ਪ੍ਰੋਗਰਾਮ ਦੀ ਸਮਾਪਤੀ ਕਰੀਏ। ਮੈਂ ਚਾਹੂੰਗਾ ਤੁਸੀਂ ਇੰਨੀਆਂ ਕਵਿਤਾਵਾਂ ਅਤੇ ਕਿਤਾਬਾਂ ਦੀ ਉਹਦੀ ਆਲੋਚਨਾ ਕਰਦੇ ਹੋ, ਇੱਕ ਅੱਧੀ ਪਸੰਦੀਦਾ ਕਵਿਤਾ ਤੁਹਾਡੀ ਜ਼ਰੂਰ ਹੋ ਜਾਵੇ, ਪੜ੍ਹ ਦੋਗੇ? ਮੈਂ ਆਪਣੇ ਪਰ ਕੋਈ ਰੁੱਸ ਨਾ ਜਾਵੇ, ਉਹਨੇ ਕਹਿੰਦਾ ਉਹਨਾਂ ਦੀ ਕਿਤਾਬ 'ਚ ਨਹੀਂ ਪੜ੍ਹੀ, ਸਾਡੀ 'ਚ ਪੜ੍ਹੀ। ਆਪਾਂ ਮਤਲਬ ਉਹ ਪੜ੍ਹ ਦਿੰਦੇ ਆ ਨਾ ਜੀ ਜੀ, ਵੀ ਜਿਹੜਾ ਆਪਣੇ ਪੰਜਾਬੀ ਕਵੀ ਨਹੀਂ। ਇਹ ਸਭ ਕਾ ਮੰਗਲ ਹੋਏ 'ਚ ਪਰਮਿੰਦਰ ਸੋਢੀ ਦੇ ਨਾਲ ਤਨਦੀਪ ਤਮੰਨਾ, ਜਿਹਨੂੰ ਮੈਂ ਜਾਣਦਾ ਨਹੀਂ, ਨਾ ਕਦੇ ਮਿਲਿਆ, ਕਿਤਾਬ ਆਈ ਸੀ ਉਹ, ਤਾਂ ਉਹਨਾਂ ਨੇ ਕੀਤਾ ਵੀ ਕੀ ਕਿ ਇੱਕ ਦੇ ਵਿੱਚ, ਇੱਕ ਪੇਜ ਦੇ ਵਿੱਚ
ਤਨਦੀਪ ਤਮੰਨਾ ਦੀ ਕਵਿਤਾ, ਦੂਜੇ ਦੇ ਵਿੱਚ ਹੈਗੀ ਆ ਦੂਜੇ ਪੰਨੇ ਤੇ ਪਰਮਿੰਦਰ ਸੋਢੀ ਦੀ। ਉਹਨਾਂ ਨੇ ਆਮੋ ਸਾਹਮਣੇ ਨਾਂ ਰੱਖਿਆ ਪਰਮਿੰਦਰ ਸੋਢੀ, ਕਿਉਂਕਿ ਮੇਰਾ ਨਿੱਜੀ ਦੋਸਤ ਵੀ ਆ, ਉਹਦੀ ਨਹੀਂ ਮੈਂ ਪੜ੍ਹਦਾ। ਦੂਜੀ ਇਹ ਕਵਿਤਾ ਤਨਦੀਪ ਤਮੰਨਾ ਦੀ। ਦੋਨਾਂ ਦੀਆਂ ਕਵਿਤਾਵਾਂ ਦੇ ਵਿੱਚ ਫਰਕ ਆ। ਹਾਲਾਂਕਿ ਸਹਿਜਤਾ ਦੀ ਤਲਾਸ਼ ਦੇ ਕਵੀ ਮੰਨੇ ਜਾਂਦੇ ਆ, ਪਰ ਪਰਮਿੰਦਰ ਸੋਢੀ ਦੀ ਸੁਰ ਵੱਖਰੀ ਆ, ਇਹਨਾਂ ਦੀ ਜਿਹੜੀ ਨਵ ਰਹੱਸਵਾਦੀ ਸੁਰ ਬਿਲਕੁਲ ਵੱਖਰੀ ਆ। ਉਹਦੀ ਮੈਂ ਇੱਕ ਪੜ੍ਹ ਦਿੰਦਾ, ਮੈਨੂੰ ਚੰਗੀ ਲੱਗੀ ਸੀ। ਕਹਿੰਦੇ ਨਹੀਂ ਹੁੰਦੇ ਉਹ ਇਹਦੇ ਨਾਲ ਕੋਈ ਮਾਈਂਡ ਨਹੀਂ ਕਰੂਗਾ, ਕਿਉਂਕਿ ਹੈ ਤਾਂ ਗੁਰਪ੍ਰੀਤ ਦੀ ਸੀ ਮੇਰੇ ਹੱਥ। ਨੂਣਦਾਨੀ ਬਣੀ, ਨੂਣਦਾਨੀ ਨਹੀਂ ਹੁੰਦੀ ਵੀ ਉਹਦੇ ਵਿੱਚ ਅੱਡ ਅੱਡ ਚੀਜ਼ਾਂ ਪਾਈਆਂ ਹੁੰਦੀਆਂ, ਹਲਦੀ, ਨੂਣ, ਮਸਾਲਾ, ਇਦਾਂ ਫਿਰ ਮਿਕਸ ਕੀਤਾ ਹੋਇਆ। ਹਾਂ, ਕਿਉਂਕਿ ਮੈਂ ਇਹਦੇ ਤੇ ਕਮੈਂਟ ਵੀ ਕੀਤਾ ਸੀ, ਮੈਂ ਲਿਖ ਰਿਹਾ ਸੀ ਇਹਦੇ, ਮੈਂ ਜਾਂਦੀ ਵੇਖੀ ਦੁਪਹਿਰ, ਨਿੱਕੇ ਨਿੱਕੇ ਪੁੱਟਦੀ ਪੈਰ, ਤੇਰੀ ਦਮਦਮ ਮੰਗਦੀ ਖੈਰ, ਹੁਣ ਹਰਨੀਲੇ ਨੈਣ ਮਟਕਾਈ, ਹੌਲੀ ਹੌਲੀ ਉੱਤਰ ਆਈ ਗਹਿਰੀ ਸੁਪਨੀਲੀ ਸ਼ਾਮ। ਆਪਾਂ ਕਹਿੰਦੇ ਕਿ ਪ੍ਰਗੀਤਕਤਾ ਨਹੀਂ ਹੈ ਨਵੀਂ ਕਵਿਤਾ 'ਚ। ਤੂੰ ਨਾ ਖੋਲੇ ਨੈਣ ਮਮੋਲੇ, ਨਾ ਸੁਖ ਦੱਸੇ ਨਾ ਦੁੱਖ ਫੋਲੇ, ਵੇ ਖਬਰ ਤੂੰ ਸੱਚਾ ਸੁੱਚਾ, ਤੇਰਾ ਆਸਣ ਧਰਤੀ ਉੱਚਾ, ਬੈਠਾ ਕਿਹੜੇ ਗਗਨ ਭਿਖੂ, ਧਿਆਨ 'ਚ ਮਗਨ ਭਿਖੂ। ਇਹ ਬੋਧੀ ਭਿਖੂਆਂ ਨੂੰ ਸਮਰਪਿਤ ਕਵਿਤਾਵਾਂ ਨੇ ਤਨਦੀਪ ਤਮੰਨਾ ਦੀਆਂ, ਮੈਨੂੰ ਚੰਗੀਆਂ ਲੱਗੀਆਂ ਸੀ। ਡਾਕਟਰ ਸਾਹਿਬ ਬਹੁਤ ਬਹੁਤ ਤੁਹਾਡਾ ਸ਼ੁਕਰੀਆ, ਥੈਂਕ ਯੂ ਵੈਰੀ ਮਚ ਵਕਤ ਦੇਣ ਦੇ ਲਈ ਤੇ ਇੰਨੀਆਂ ਮੇਰੇ ਨਾਲ ਗੱਲਬਾਤ ਕੀਤੀ, ਗੱਲਾਂ ਕਰਨ ਦੇ ਲਈ। ਤੇ ਤੁਹਾਡੇ ਕਿਉਂਕਿ ਚੈਨਲ ਨੂੰ ਮੁਬਾਰਕਾਂ ਮੇਰੇ ਵੱਲੋਂ, ਬਹੁਤ ਬਹੁਤ ਚੰਗੇ ਤੁਸੀਂ ਪ੍ਰੋਗਰਾਮ ਕਰਦੇ ਹੋ ਜੀ। ਸ਼ੁਕਰੀਆ ਜੋਗਾ ਜੀ, ਬਹੁਤ ਬਹੁਤ ਤੁਹਾਡਾ ਥੈਂਕ ਯੂ ਵੈਰੀ ਧੰਨਵਾਦ। ਮਚ। ਕਿਉਂਕਿ ਗੱਲਾਂ ਆਪਣੀਆਂ ਲੰਮੀਆਂ ਹੁੰਦੀਆਂ ਨੇ, ਕਈ ਵਾਰ ਅਸੀਂ ਹੁੰਦਾ ਜਿਵੇਂ ਜਿਹੜੇ ਲੇਖਕ ਕਵੀ ਨੇ ਉਹਨਾਂ ਕੋਲੋਂ ਕਵਿਤਾਵਾਂ ਸੁਣ ਲਈਆਂ ਦੀਆਂ ਨੇ, ਇਹ ਜਿਹੜਾ ਵਿਸ਼ਾ ਹੈ ਥੋੜਾ ਜਿਹਾ ਜਿਵੇਂ ਕਿ ਪੜ੍ਹਾਈ ਵਾਲਾ ਕਿਸੇ ਨੂੰ ਬਹੁਤਾ ਮਤਲਬ ਬਹੁਤ ਜ਼ਿਆਦਾ ਇੰਟਰਟੇਨਿੰਗ ਵੀ ਨਹੀਂ ਹੁੰਦਾ। ਜੀ 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 ਡਾਕਟਰ ਬਹੁਤ ਬਹੁਤ ਸ਼ੁਕਰੀਆ, ਬਹੁਤ ਧੰਨਵਾਦ। ਥੈਂਕ ਯੂ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ। ਸੋ ਅੱਜ ਦੇ ਸਾਹਿਤ ਦੇ ਸੰਗ ਪ੍ਰੋਗਰਾਮ ਦੇ ਵਿੱਚ ਗੱਲਬਾਤ ਕੀਤੀ ਡਾਕਟਰ ਯੋਗਰਾਜ ਜੀ ਦੇ ਨਾਲ। ਕਾਫੀ ਡੂੰਘੇ ਵਿਚਾਰਾਂ ਦੀਆਂ ਉਹਨਾਂ ਨੇ ਗੱਲਾਂ ਕੀਤੀਆਂ। ਖਾਸ ਤੌਰ 'ਤੇ ਕਿਹਾ ਜਾਂਦਾ ਕਿ ਵੀ ਜਿਹੜੀ ਆਲੋਚਨਾ ਹੈ ਉਹ ਲੇਖਕ ਨੂੰ ਹੋਰ ਨਿਖਾਰਦੀ ਹੈ, ਲੇਖਕ ਦੀ ਲਿਖਤ ਵਿੱਚ ਹੋਰ ਜਾਨ ਪਾਉਂਦੀ ਹੈ। ਪਰ ਡਾਕਟਰ ਸਾਹਿਬ ਦਾ ਕਹਿਣਾ ਕਿ ਦੇਖੋ ਲੇਖਕ ਦੀ ਆਪਣੀ ਕਲਪਨਾ, ਉਹਦੇ ਬਾਰੇ ਗੱਲ ਕੀਤੀ ਜਾ ਸਕਦੀ ਹੈ, ਪਰ ਜੇ ਨਿੱਠ ਕੇ ਕਹੀਏ ਕਿ ਵਾਕਈ ਆਲੋਚਨਾ ਇਸ ਚੀਜ਼ ਨੂੰ ਨਿਖਾਰਦੀ, ਜੋ ਬਹੁਤੇ ਬੁੱਧੀਜੀਵੀ ਕਹਿ ਦਿੰਦੇ ਨੇ, ਪਰ ਇਹਦੇ ਵਿੱਚ ਕੋਈ ਬਹੁਤੀ ਸੱਚਾਈ ਨਹੀਂ ਹੈ। ਆਲੋਚਨਾ ਕੰਮ ਕਰਦੀ ਹੈ ਸਾਹਿਤ ਨੂੰ ਸਮਝਣ ਦੇ ਵਿੱਚ, ਤੇ ਦੂਜੇ ਪਾਸੇ ਕਹਾਣੀ ਤੇ ਕਵਿਤਾ ਨੇ ਆਪਣਾ ਆਪ ਕੰਮ ਕਰਨਾ। ਸੋ ਕਾਫੀ ਕਹਿ ਲਈਏ ਮੁਹੱਬਤ ਭਰੀ ਉਹਨੇ ਗੱਲਾਂ ਬਾਤਾਂ ਕੀਤੀਆਂ, ਕਾਫੀ ਡੂੰਘੇ ਵਿਸ਼ਿਆਂ ਦੇ ਉੱਤੇ। ਉਮੀਦ ਕਰਦਾ ਕਿ ਦਰਸ਼ਕਾਂ ਨੇ ਵੀ ਇਸ ਜਾਣਕਾਰੀ ਦਾ ਆਨੰਦ ਮਾਣਿਆ ਹੋਵੇਗਾ। ਸੋ ਇਸੇ ਤਰ੍ਹਾਂ ਇੱਕ ਨਵੇਂ ਪ੍ਰੋਗਰਾਮ ਦੇ ਵਿੱਚ ਇੱਕ ਹੋਰ ਕਲਮਕਾਰ ਦੇ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ। ਜਦ ਤੱਕ ਮੈਨੂੰ ਕਰਨਵੀਰ ਸਿੰਘ ਨੂੰ ਦਿਓ ਇਜਾਜ਼ਤ। ਤੁਸੀਂ ਬਣੇ ਰਹੋ ਵਿਜ਼ਨ ਪੰਜਾਬ ਦੇ ਨਾਲ, ਹਰ ਕਦਮ ਤੁਹਾਡੇ ਨਾਲ। ਸਤਿ ਸ਼੍ਰੀ ਅਕਾਲ।